ਕਿਵੇਂ ਵੇਖਦੇ ਹੋ ਅੱਜ 5 ਸਾਲ ਪੂਰੇ ਹੋਣ ਜਾ ਰਹੇ ਨੇ, 2 ਕੁ ਹੀ ਮਹੀਨੇ ਬਾਕੀ ਨੇ, 22 ਦੀਆਂ ਚੋਣਾਂ ਸਿਰ ਤੇ ਨੇ। ਪਿੱਛੇ ਚੱਲੀਏ 2017 ਦੇ ਵਿੱਚ ਪਾਰਟੀ ਜੋ ਉਦੋਂ ਸੀਗੀ ਔਰ ਹੁਣ ਕਿੰਨਾ ਕੁ ਅੰਤਰ ਨਜ਼ਰ ਆ ਰਿਹਾ? ਗਗਨ ਬਹੁਤ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਆਸ ਸੀ, ਜਿਵੇਂ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਬਹੁਤ ਸਹੀ ਕਿਹਾ। ਔਰ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਣੀ ਕਾਰਗੁਜ਼ਾਰੀ ਨਿਭਾਈ ਹੈ ਪਿਛਲੇ ਕਰੀਬ 6 ਸਾਲਾਂ ਤੋਂ, ਉਹਦੇ ਨਾਲ ਪੰਜਾਬ ਦੇ ਲੋਕਾਂ ਨਾਲ ਸਾਡੀ ਪਾਰਟੀ ਨੇ ਬਹੁਤ ਵੱਡਾ ਧੋਖਾ ਕੀਤਾ। ਕੀ ਅਸਲ ਕਾਰਨ ਕੀ ਮੰਨਦੇ ਹੈਗੇ ਹੋ ਔਰ ਇਹ ਨਿਗਾਰ ਕਿੱਥੋਂ ਤੁਹਾਨੂੰ ਲੱਗਦਾ ਹੈ ਆਉਣਾ ਸ਼ੁਰੂ ਹੁੰਦਾ ਹੈ? ਗਗਨ, ਸਾਡੇ ਆਪਣੇ ਪੰਜਾਬੀਆਂ 'ਚ ਇੱਕ ਬੜੀ ਮਾਰ ਆ ਕਿ ਅਸੀਂ ਆਪਣਿਆਂ ਨੂੰ ਆਪ ਹੀ ਮਾਰਦੇ ਹਾਂ। ਮੈਨੂੰ ਯਾਦ ਆ ਉਦੋਂ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬ ਦੇ ਲੀਡਰਾਂ ਦੇ ਮੋਢੇ ਤੇ ਬੰਦੂਕ ਚਲਾਈ। ਉਹਨਾਂ ਕਿਹਾ ਜੀ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਆ ਐਵੀਡੈਂਸ ਆਇਆ ਵਾ ਕਿ ਤੁਸੀਂ ਸਾਰੇ ਸਾਨੂੰ ਚਿੱਠੀ ਲਿਖੋ ਕਿ ਇਹਨੂੰ ਹਟਾਉਣਾ ਚਾਹੀਦਾ ਵਾ। ਸਾਰੀ ਪੰਜਾਬ ਦੀ ਲੀਡਰਸ਼ਿਪ ਨੇ ਉਹ ਚਿੱਠੀ ਸਾਈਨ ਕਰਤੀ, ਮੈਂ ਨਹੀਂ ਕੀਤੀ। ਪਾਰਟੀ ਦੇ ਐਮਐਲਏ ਵੀ ਕਸੂਰਵਾਰ ਰਹੇ ਨੇ ਕਿ ਉਹ ਵੀ ਇਹ ਸਮੇਂ-ਸਮੇਂ ਦੇ ਉੱਤੇ ਆਵਾਜ਼ ਨਹੀਂ ਚੁੱਕ ਪਾਏ, ਉਹ ਦਿੱਲੀ ਤੱਕ ਨਹੀਂ ਪਹੁੰਚਾ ਪਾਏ, ਜਾਂ ਉਹਨਾਂ ਦੀ ਹਿੰਮਤ ਹੀ ਨਹੀਂ ਪਈ, ਜਾਂ ਦਿੱਲੀ ਵਾਲੇ ਉਹਨਾਂ ਦੇ ਉੱਤੇ ਧਿਆਨ ਹੀ ਨਹੀਂ ਦੇ ਪਾਏ, ਉਹ ਆਵਾਜ਼ ਨੂੰ ਚੁੱਕਣ ਹੀ ਦਿੱਤਾ ਗਿਆ। ਐਮਐਲਏ ਜਿਹੜੇ ਨੇ ਉਹ ਬਿਲਕੁਲ ਜ਼ਿੰਮੇਵਾਰ ਨੇ ਜੋ ਹੋਇਆ, ਲੀਡਰਸ਼ਿਪ ਬਿਲਕੁਲ ਜ਼ਿੰਮੇਵਾਰ ਹੈ। ਜੋ ਸੱਚਾਈ ਆ ਪ੍ਰਾਈਵੇਟਲੀ ਉਹ ਹੋਰ ਗੱਲ ਕਹਿੰਦੇ ਆ, ਪਬਲਿਕਲੀ ਹੋਰ ਗੱਲ ਕਹਿੰਦੇ ਆ। ਜਦੋਂ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗੀ, ਸਾਨੂੰ ਨਹੀਂ ਪੁੱਛਿਆ ਗਿਆ, ਅਸੀਂ ਇਤਰਾਜ਼ ਕੀਤਾ। ਸਾਰੀ ਪੰਜਾਬ ਦੀ ਲੀਡਰਸ਼ਿਪ ਸਾਰੇ ਐਮਐਲਏ ਬਹੁਤ ਨਾਰਾਜ਼ ਸਨ। 2-3 ਐਮਐਲਏ ਤੇ ਜਦੋਂ ਮੀਟਿੰਗ ਕੀਤੀ ਉਹਦੇ 'ਚ ਰੋਏ ਵੀ, ਤੁਸੀਂ ਹੈਰਾਨ ਹੋਗੇ, ਰੋਏ ਵੀ ਕਿ ਅਸੀਂ ਇੰਨੇ ਕੁ ਡਿਸਕਸਟਡ ਆ, ਅਸੀਂ ਇੰਨੇ ਕੁ ਨਿਰਾਸ਼ ਹੋ ਗਏ ਹਾਂ। ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿਉਂਕਿ ਚੋਣਾਂ ਹੁਣ ਨਜ਼ਦੀਕ ਆ ਰਹੀਆਂ ਨੇ, 22 ਦੇ ਵਿੱਚ ਉਹਨਾਂ ਨੇ ਵੀ ਚਿਹਰੇ ਲੱਭਣੇ ਨੇ, ਉਮੀਦਵਾਰ ਐਲਾਨਣੇ ਨੇ, ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈਗੀ ਹੈ? ਤੁਹਾਨੂੰ ਕੋਈ ਮਨਾਉਣ ਦੀ ਕੋਸ਼ਿਸ਼ ਕੀਤੀ? ਮੇਰੇ ਤੱਕ ਕੁਝ ਐਮਐਲਏਜ਼ ਜਿਹੜੇ ਨੇ ਉਹ ਸੰਪਰਕ ਕਰਦੇ ਰਹਿੰਦੇ ਆ, ਕੁਝ ਐਨਆਰਆਈ ਜਿਹੜੇ ਬਾਹਰ ਬੈਠੇ ਆ, ਜਿਹੜੇ ਪਾਰਟੀ ਦੇ ਸ਼ੁਭ ਚਿੰਤਕ ਨੇ, ਉਹ ਗੱਲ ਕਰਦੇ ਰਹਿੰਦੇ ਆ। ਲੇਕਿਨ ਮੇਰਾ ਸਟੈਂਡ ਬੜਾ ਸਪਸ਼ਟ ਹੈ ਕਿ ਮੈਂ ਜਿਹੜਾ ਸਟੈਂਡ ਲਿਆ ਵਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਭਰੋਸੇ 'ਚ ਲਏ ਬਿਨਾਂ ਵੱਡੇ ਫੈਸਲੇ ਤੁਸੀਂ ਨਹੀਂ ਕਰ ਸਕਦੇ, ਮੈਂ ਅੱਜ ਵੀ ਉੱਥੇ ਹੀ ਖੜਾ ਹਾਂ। ਪੰਜਾਬ ਦੀ ਪਾਰਟੀ ਜਿਹੜੀ ਹੈਗੀ ਹੈ ਉਹ ਆਪਣੇ ਤੌਰ ਦੇ ਉੱਤੇ ਫੈਸਲੇ ਲਵੇ, ਨਜ਼ਰ ਆਉਂਦੀ ਹੈ ਕੋਈ ਇਹੋ ਜਿਹੀ ਪਾਰਟੀ? ਅਕਾਲੀ ਦਲ ਹੀ ਆਪਣੇ ਆਪ ਨੂੰ ਕਹਾਉਂਦਾ ਹੈ ਕਿ ਅਸੀਂ ਫੈਸਲੇ ਜਿਹੜੇ ਹੈਗੇ ਆ ਉਹ ਆਪਣੇ ਤੌਰ ਦੇ ਉੱਤੇ ਲੈਂਦੇ ਆ, ਬਾਕੀ ਦਾ ਸਾਰਿਆਂ ਨੂੰ ਦਿੱਲੀ ਤੋਂ ਫੈਸਲੇ ਲੈਣੇ ਪੈਂਦੇ ਹੈਗੇ ਨੇ। ਇਹੋ ਜਿਹੀ ਫਿਰ ਪਾਰਟੀ ਤੁਹਾਨੂੰ ਕਿਹੜੀ ਨਜ਼ਰ? ਬਹੁਤ ਅੱਛਾ ਸਵਾਲ ਹੈ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾਂ ਕਿਸੇ ਵੀ ਖੇਤਰੀ ਪਾਰਟੀ ਨੂੰ ਛੱਡ ਕੇ, ਹਰਿਆਣੇ 'ਚ ਵੀ ਖੇਤਰੀ ਪਾਰਟੀ ਹੈ, ਜਾਂ ਵੈਸਟ ਬੰਗਾਲ 'ਚ ਵੀ ਹੈ, ਜਾਂ ਤਾਮਿਲਨਾਡੂ 'ਚ ਵੀ ਹੈ, ਇਹਨਾਂ ਜਾਂ ਬਿਹਾਰ 'ਚ, ਇਹਨਾਂ ਖੇਤਰੀ ਪਾਰਟੀਆਂ ਨੂੰ ਛੱਡ ਕੇ ਜਿਹੜੇ ਨੈਸ਼ਨਲ ਪਾਰਟੀਜ਼ ਹੈ, ਰਾਸ਼ਟਰੀ ਪਾਰਟੀਜ਼ ਆ, ਉਹਨਾਂ ਦੀ ਹਾਈ ਕਮਾਂਡ ਹੀ ਫੈਸਲੇ ਲੈਂਦੀ ਹੈ। ਕੀ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਉੱਤੇ ਕਿਹੜੀ ਪਾਰਟੀ ਹੈਗੀ ਆ ਉਹ ਬਿਹਤਰ ਕੰਮ ਕਰ ਸਕਦੇ, ਜਿਹਨੂੰ ਦਿੱਲੀ ਤੋਂ ਫੈਸਲੇ ਨਾ ਲੈਣੇ ਪੈਣ, ਆਪਣੇ ਤੌਰ ਦੇ ਉੱਤੇ ਉਹ ਫੈਸਲੇ ਲੈ ਕੇ ਲੋਕਾਂ ਦੇ ਮਸਲੇ ਹੱਲ ਕਰ ਸਕਦੇ? ਨੈਸ਼ਨਲ ਕਾਂਗਰਸ ਇਹਨਾਂ ਸਾਰੀਆਂ ਪਾਰਟੀਆਂ ਤੋਂ ਸਭ ਤੋਂ ਪੁਰਾਣੀ ਪਾਰਟੀ ਹੈ, ਔਰ ਉਹ ਵੀ ਪਾਰਟੀ ਜਿਹੜੀ ਬੇਸਿਕਲੀ ਦਿੱਲੀੋਂ ਚੱਲਦੀ ਸੀ। ਹਾਈ ਕਮਾਂਡ ਦਾ ਨਾਰਾ ਜਾਂ ਕਲਚਰ ਜਿਹੜਾ ਉਹ ਸ਼ਾਇਦ ਇੰਡੀਅਨ ਕਾਂਗਰਸ ਤੋਂ ਹੀ ਆਇਆ ਵਾ। ਉਹ ਵੀ ਤੁਸੀਂ ਨੋਟਿਸ ਕੀਤਾ ਹੋਣਾ ਵਾ ਪਿਛਲੇ ਕੁਝ ਮਹੀਨਿਆਂ ਤੋਂ। ਜਿਹੜੀ ਇੱਥੋਂ ਦੀ ਯੂਨਿਟ ਆ ਉਹਨੂੰ ਕਾਫੀ ਹੱਦ ਤੱਕ ਉਹਨਾਂ ਨੇ ਆਟੋਨਮੀ ਦਿੱਤੀ ਹੈ। ਹੁਣ ਪਤਾ ਨਹੀਂ ਟਿਕਟਾਂ ਵੇਲੇ ਕੀ ਹੋਊਗਾ, ਸ਼ਾਇਦ ਇਹਨਾਂ ਨੂੰ ਪੁੱਛ ਕੇ ਹੀ ਟਿਕਟਾਂ ਫਾਈਨਲਾਈਜ਼ ਕਰਨਗੇ, ਪਰ ਹੁਣ ਜੋ ਕਾਰਗੁਜ਼ਾਰੀ ਇੱਥੇ ਹੋ ਰਹੀ ਆ ਤੁਸੀਂ ਵੇਖ ਹੀ ਰਹੇ ਜੇ ਕਿ ਇੱਥੋਂ ਦੀ ਲੀਡਰਸ਼ਿਪ ਜਿਹੜੀ ਉਹ ਫੈਸਲੇ ਲੈ ਰਹੀ ਹੈ। ਉਹਨਾਂ ਨੂੰ ਸਿਰਫ ਕੰਸਲਟ ਕਰਦੀ ਹੈ, ਬਾਕੀ ਫੈਸਲੇ ਇੱਥੇ ਲਏ ਜਾ ਰਹੇ ਆ। ਖਰੜ ਤੋਂ ਹੀ ਬੀਰ ਦਵਿੰਦਰ ਉਹਨਾਂ ਦੀ ਵੀ ਚਰਚਾਵਾਂ ਆਈਆਂ ਨੇ ਕਿ ਖਰੜ ਤੋਂ ਕਾਂਗਰਸ ਤੋਂ ਵਜੋਂ ਜਿਹੜੀ ਹੈਗੀ ਆ ਉਹ ਟਿਕਟ ਲੈ ਸਕਦੇ ਨੇ, ਔਰ ਜੇ ਤੁਸੀਂ ਖਰੜ ਤੋਂ ਖੜੇ ਹੋਗੇ ਤਾਂ ਤੁਹਾਡੇ ਸਾਹਮਣੇ ਬੀਰ ਦਵਿੰਦਰ ਹੋਣੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ। ਕੋਈ ਗੱਲ ਨਹੀਂ, ਬੀਰ ਦਵਿੰਦਰ ਵੀ ਆਪਣੇ ਬੜੇ ਪੁਰਾਣੇ ਦੋਸਤ ਹੈ ਜੀ, ਬੜੇ ਅੱਛੇ ਲੈਜਿਸਲੇਟਰ ਰਹੇ ਆ, ਬਹੁਤ ਅੱਛੀ ਕਾਰਗੁਜ਼ਾਰੀ ਸੀ ਉਹਨਾਂ ਦੀ। ਸੋ ਜੇ ਕੋਈ ਚੰਗਾ ਕੰਮ ਕਿਸੇ ਹਲਕੇ ਵਾਸਤੇ ਵੀ ਕਰੂਗਾ ਤੇ ਮੈਨੂੰ ਉਸ ਸ਼ਖਸ ਵਾਸਤੇ ਮੇਰੀਆਂ ਸ਼ੁਭ ਆਸ਼ਾਵਾਂ। ਕੀ ਕਨਸਟੀਟਿਊਐਂਸੀ ਇਹੀ ਰੱਖੋਗੇ ਜਾਂ ਕਿਤੇ ਹੋਰ ਪੰਜਾਬ ਦੇ ਵਿੱਚ ਜਾ ਕੇ ਵੀ ਸੇਵਾ ਕਰਨ ਦਾ ਮੌਕਾ ਜਿਹੜਾ ਹੈਗਾ ਉਹ ਤੁਹਾਡੇ ਵੱਲੋਂ? ਪ੍ਰੀਮੈਚੁਰ ਆ, ਮੇਰੇ ਖਿਆਲ ਹਫਤੇ 10 ਦਿਨ ਤੱਕ ਕਲੀਅਰ ਹੋ ਜਾਊਗਾ, ਪਤਾ ਲੱਗ ਜੂਗਾ। 10 ਦਿਨ ਦੇ ਵਿੱਚ ਇਹ ਤਸਵੀਰ ਸਾਫ਼ ਹੋ ਜਾਊਗੀ ਕੰਵਰ ਸੰਧੂ ਹੋਣੀ ਕਿਹੜੀ ਪਾਰਟੀ ਦੇ ਵਿੱਚ, ਕਿੱਥੋਂ ਚੋਣ ਜਿਹੜੀ ਹੈਗੀ ਹੈ ਲੜਨੀ? ਬਿਲਕੁਲ ਸਾਫ਼ ਹੋ ਜੂ। ਜਿਸ ਚੰਨੀ ਹੋਣਾ ਦੇ 50 ਦਿਨ ਦੇ ਕਾਰਜਕਾਲ ਨੂੰ ਕਿਵੇਂ ਵੇਖਦੇ ਹੈਗੇ ਹੋ? ਹਾਲਾਂਕਿ ਸ਼ਾਰਟ ਨੋਟਿਸ ਦੇ ਉੱਤੇ ਜਿਸ ਤਰੀਕੇ ਨਾਲ ਸਭ ਕੁਝ ਚੀਜ਼ਾਂ ਹੋਈਆਂ, ਹਾਲਾਂਕਿ ਕੰਮ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬਹੁਤ ਵੱਡੇ ਕੀਤੇ ਜਾ ਰਹੇ ਨੇ, ਐਲਾਨ ਵੱਡੇ ਕੀਤੇ ਜਾ ਰਹੇ ਨੇ, ਕਿਵੇਂ ਵੇਖਦੇ ਹੋ 50 ਦਿਨਾਂ ਦਾ ਇਸ ਕਾਰਜ? ਦੇਖੋ, ਜੇ
ਇੱਕ ਤਰੀਕੇ ਨਾਲ ਜੋ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕਾਰਗੁਜ਼ਾਰੀ ਚੱਲ ਰਹੀ ਸੀ, ਉਹਦੇ ਹਿਸਾਬ ਦੇ ਨਾਲ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਇਟ ਇਜ਼ ਲਾਈਕ ਅ ਵਿਫ ਆਫ ਫਰੈਸ਼ ਏਅਰ। ਇਹਦੇ 'ਚ ਕੋਈ ਸ਼ੱਕ ਨਹੀਂ, ਇੱਕ ਨਵੀਂ ਕਾਰਗੁਜ਼ਾਰੀ ਵੇਖਣ ਨੂੰ ਮਿਲ ਰਹੀ ਹੈ। ਇੱਕ ਉਹ ਮੁੱਖ ਮੰਤਰੀ ਹੈ ਜਿਹੜੇ ਲੋਕਾਂ ਦੇ ਵਿੱਚ ਵਿਚਰਦਾ ਵਾ, ਲੋਕਾਂ ਦੀ ਗੱਲ ਸੁਣਦਾ ਵਾ। ਮੈਨੂੰ ਕੱਲ੍ਹ ਪਤਾ ਲੱਗਾ ਔਰ ਬੜੀ ਖੁਸ਼ੀ ਹੋਈ ਜਾਣ ਕੇ ਵੀ ਜਿਹੜੇ ਲੋਕੀ ਉਹਨਾਂ ਨੂੰ ਰਾਤ ਨੂੰ ਮਿਲਣ ਆਉਂਦੇ ਆ, ਦੇਰ ਰਾਤ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ, ਸ਼ਾਇਦ ਉਹਨਾਂ ਨੂੰ ਉਹ ਰੋਟੀ ਵੀ ਖਵਾਉਂਦੇ ਆ। ਆਸ ਕੀ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਕਿਸੇ ਹੋਰ ਪਾਰਟੀ ਤੋਂ ਨਜ਼ਰ ਆ ਸਕਦੀ ਹੈ, ਕੋਈ ਹੋਰ ਫਰੰਟ ਬਣ ਜਾਵੇ, ਕੋਈ ਹੋਰ ਇਹੋ ਜਿਹੀ ਚੀਜ਼ ਹੋ ਜਾਵੇ, ਲੱਗਦਾ ਕਿ ਉਹ ਕੁਝ ਹੋ ਸਕਦਾ ਹੈ ਪੰਜਾਬ? ਬਿਲਕੁਲ ਹੋ ਸਕਦਾ ਜੀ। ਕਈ ਵਾਰ ਲਾਸਟ ਮਿੰਟ ਦੇ ਵਿੱਚ ਬਹੁਤ ਚੇਂਜਸ ਆ ਜਾਂਦੀਆਂ ਵਾ, ਔਰ ਅੱਜ ਦੀ ਤਾਰੀਖ ਦੇ ਵਿੱਚ ਮੇਰੇ ਖਿਆਲ ਜਿੱਦਾਂ ਵੋਟਾਂ ਪੈਣੀਆਂ ਉਹ ਤੋਂ ਕਰੀਬ 3 ਮਹੀਨੇ ਤੇ ਹਾਲੇ ਹੈ ਹੀ ਹੈ। 3 ਮਹੀਨਿਆਂ ਦੇ ਵਿੱਚ ਬਹੁਤ ਕੁਝ ਹੋ ਜਾਂਦਾ। 2014 ਦੇ ਵਿੱਚ ਕਦੀ ਕੋਈ ਅੰਦਾਜ਼ਾ ਲਾ ਸਕਦਾ ਸੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਹੈ 24-25% ਵੋਟ ਲੈ ਕੇ 4 ਸੀਟਾਂ ਜਿੱਤ ਜੂਗੀ। ਸੋ ਇਹ ਪਿਛਲੇ ਅਖੀਰਲੇ 3 ਮਹੀਨਿਆਂ ਦੇ ਵਿੱਚ ਨਵਾਂ ਕੋਈ ਸਮੀਕਰਨ ਵੀ ਬਣ ਸਕਦਾ, ਔਰ ਮੇਰੇ ਵਰਗੇ ਬੰਦੇ ਸ਼ਾਇਦ ਉਹਦਾ ਵੀ ਵੇਟ ਕਰ ਰਹੇ ਆ। ਔਰ ਇਹ ਵੀ ਹੋ ਸਕਦਾ ਵਾ ਵੀ ਸਡਨਲੀ ਇੱਕ ਪਾਰਟੀ ਜਿਹੜੀ ਆ ਬਹੁਤ ਤਾਕਤ ਫੜ ਜਾਵੇ। ਸਾਲ 2017 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਆਸ ਵੱਜੀ ਸੀ। ਆਸ ਸੀ ਤੀਜੇ ਬਦਲਾਵ ਦੀ, ਜਿਸ ਨੂੰ ਦਿਖਾਇਆ ਸੀ ਆਮ ਆਦਮੀ ਪਾਰਟੀ ਨੇ। ਲੋਕਾਂ ਨੂੰ ਬਹੁਤ ਸਾਰੀਆਂ ਆਸਾਂ ਸੀ, ਬਹੁਤ ਸਾਰੀਆਂ ਉਮੀਦਾਂ ਸੀ, ਔਰ ਪਾਰਟੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਗਿਆ ਸੀ, ਜੋ ਵਾਅਦੇ ਕੀਤੇ ਗਏ ਸੀ, ਲੋਕਾਂ ਨੂੰ ਇੱਕ ਆਸ ਇਹ ਵੀ ਜਗੀ ਸੀ ਕਿ ਇਹ ਪਾਰਟੀ ਪੰਜਾਬ ਦੇ ਵਿੱਚ ਬਦਲਾਵ ਲੈ ਕੇ ਆਊਗੀ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਜਿਵੇਂ-ਜਿਵੇਂ ਸਮੀਕਰਨ ਬਦਲਦੇ ਗਏ, ਉਸੇ ਤਰੀਕੇ ਦੇ ਨਾਲ ਲੋਕਾਂ ਦੀਆਂ ਆਸਾਂ ਵੀ ਟੁੱਟਦੀਆਂ ਗਈਆਂ ਔਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਵੀ ਪਾਣੀ ਫਿਰਦਾ ਹੋਇਆ ਨਜ਼ਰ ਆਇਆ। ਜਿੱਥੇ 20 ਵਿਧਾਇਕਾਂ ਨੇ ਸਾਲ 2017 ਦੇ ਵਿੱਚ ਚੋਣ ਜਿੱਤੀ ਸੀ, ਹੁਣ ਠੀਕ 2022 ਤੋਂ ਪਹਿਲਾਂ ਉਹ ਗਿਣਤੀ ਦੇ 12 ਰਹਿ ਗਏ ਨੇ। ਕੀ ਕਾਰਨ ਰਹੇ? ਕਿਉਂ ਪਾਰਟੀ ਮਜ਼ਬੂਤੀ ਨਾ ਲੈ ਕੇ ਆ ਸਕੀ? ਜਿੱਥੇ ਪਾਰਟੀ ਦਾ ਹੋਰ ਸੁਧਾਰ ਹੋਣਾ ਚਾਹੀਦਾ ਸੀ, ਪਾਰਟੀ ਦੇ ਵਿੱਚ ਨਿਗਾਰ ਹੀ ਕਿਉਂ ਆਇਆ? ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਵਿਧਾਇਕ ਕੰਵਰ ਸੰਧੂ ਹੋਣੀ ਮੌਜੂਦ ਨੇ। ਖਰੜ ਤੋਂ ਜਿੱਤੇ ਸੀ, 54,000 ਵੋਟਾਂ ਲੋਕਾਂ ਨੇ ਪਾਈਆਂ ਸੀ, ਤਾਂ ਇਹਨਾਂ ਤੋਂ ਵੀ ਇੱਕ ਆਸ ਜਗੀ ਸੀ। ਗੱਲਬਾਤ ਕਰਦੇ ਹਾਂ। ਸੰਧੂ ਸਾਹਿਬ, ਸਵਾਗਤ ਹੈ ਟੀਵੀ। ਬਹੁਤ ਮਿਹਰਬਾਨੀ, ਥੈਂਕ ਯੂ ਗਗਨ। ਸਰ, ਕਿਵੇਂ ਵੇਖਦੇ ਹੋ ਅੱਜ 5 ਸਾਲ ਪੂਰੇ ਹੋਣ ਜਾ ਰਹੇ ਨੇ, 2 ਹੀ ਮਹੀਨੇ ਬਾਕੀ ਨੇ, 22 ਦੀਆਂ ਚੋਣਾਂ ਸਿਰ ਤੇ ਨੇ, ਪਿੱਛੇ ਚੱਲੀਏ 2017 ਦੇ ਵਿੱਚ ਪਾਰਟੀ ਜੋ ਉਦੋਂ ਸੀਗੀ ਔਰ ਹੁਣ ਕਿੰਨਾ ਕੁ ਅੰਤਰ ਨਜ਼ਰ ਆ ਰਿਹਾ? ਗਗਨ, ਬਹੁਤ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਆਸ ਸੀ, ਜਿਵੇਂ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਬਹੁਤ ਸਹੀ ਕਿਹਾ। ਔਰ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਣੀ ਕਾਰਗੁਜ਼ਾਰੀ ਨਿਭਾਈ ਹੈ ਪਿਛਲੇ ਕਰੀਬ 6 ਸਾਲਾਂ ਤੋਂ, ਉਹਦੇ ਨਾਲ ਪੰਜਾਬ ਦੇ ਲੋਕਾਂ ਨਾਲ ਸਾਡੀ ਪਾਰਟੀ ਨੇ ਬਹੁਤ ਵੱਡਾ ਧੋਖਾ ਕੀਤਾ ਵਾ। ਆਸ ਜਗੀ, ਔਰ ਇਹ ਜਿਹੜੀ ਆਸ ਜਾਗੀ ਸੀਗੀ, ਇਹ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਮਨਪ੍ਰੀਤ ਬਾਦਲ ਨੇ PPP ਬਣਾਈ ਸੀ ਉਸ ਵੇਲੇ 2011-12 ਦੇ ਵਿੱਚ, ਉਦੋਂ ਪਹਿਲਾਂ ਆਸ ਜਾਗੀ ਸੀ, ਅਤੇ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬਹੁਤ ਆਸ ਸੀਗੀ। ਜਿਵੇਂ ਅਸੀਂ 2017 ਦੀਆਂ ਚੋਣਾਂ ਲੜੀਆਂ, ਔਰ ਉਸ ਤੋਂ ਬਾਅਦ ਜੋ ਪਾਰਟੀ ਨੇ ਆਪਣੀ ਕਾਰਗੁਜ਼ਾਰੀ ਦਿਖਾਈ ਜਾਂ ਨਹੀਂ ਦਿਖਾਈ, ਉਹਦੇ ਤੋਂ ਲੋਕ ਤਾਂ ਨਿਰਾਸ਼ ਹੈਗੇ ਹੀ ਹੈਗੇ ਆ। ਅਸੀਂ ਜਿਹੜੇ ਪਾਰਟੀ ਦੇ MLA ਮੇਰੇ ਵਰਗੇ ਸੀ, ਉਹ ਵੀ ਬਹੁਤ ਨਿਰਾਸ਼ ਹੋਏ ਆ ਵੀ ਕੀ ਹਾਲਤ ਹੋਈ ਆ। ਤੁਸੀਂ ਕਿਹਾ ਵੀ 20 ਤੋਂ 12 ਰਹਿ ਗਏ ਆ, ਅਸਲੀਅਤ ਇਹ ਆ ਵੀ ਇਸ ਵੇਲੇ 20 ਦੇ ਵਿੱਚੋਂ ਸਿਰਫ 10 ਰਹਿ ਗਏ ਆ। ਸ਼ਾਇਦ ਪੰਜਾਬ ਦੀ ਸਿਆਸਤ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੀ ਨਹੀਂ ਹੋਇਆ ਹੋਣਾ ਕਿ ਕਰੀਬ 4.5 ਪੌਣੇ 5 ਸਾਲਾਂ ਦੇ ਵਿੱਚ ਤੁਹਾਡਾ ਜਿਹੜਾ ਟੋਟਲ ਤੁਹਾਡੀ ਟੋਕਰੀ ਦੇ ਵਿੱਚ ਜੋ ਸਮਾਨ ਸੀਗਾ ਉਹ ਅੱਧਾ ਰਹਿ ਗਿਆ ਹੋਵੇ। ਇਹ ਹਾਲਤ ਸਾਡੇ ਨਾਲ ਹੋਈ ਹੈ। ਕਾਡਰ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਉਹ ਟੁੱਟ ਗਿਆ ਹੈਗਾ, ਔਰ ਇਤਿਹਾਸ ਦੇ ਵਿੱਚ ਤੁਸੀਂ ਜਿਵੇਂ ਜ਼ਿਕਰ ਕੀਤਾ, ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ। ਤੁਹਾਡਾ ਸਰ ਲੰਬਾ ਤਜਰਬਾ ਹੈਗਾ, ਪੱਤਰਕਾਰੀ ਤੁਸੀਂ ਲੰਬੇ ਸਮੇਂ ਤੋਂ ਕਰਦੇ ਆਏ ਹੋ, ਹੁਣ ਸਿਆਸਤ ਤੁਸੀਂ ਜਿਹੜੀ ਹੈਗੀ ਉਹ ਵੀ ਕਰੀਬੀਓਂ ਦੇਖੀ ਹੈਗੀ ਹੈ। ਵਿਧਾਨ ਸਭਾ ਦੇ ਵਿੱਚ ਵੀ ਪਹਿਲੀ ਵਾਰ ਹੋਇਆ ਹੋਊਗਾ ਕਿਸੇ MLA ਨੇ ਆਪਣਾ ਕੈਂਪ ਹੀ ਬਦਲ ਦਿੱਤਾ ਹੋਵੇ, ਚਲਦੀ ਵਿਧਾਨ ਸਭਾ ਦੇ ਵਿੱਚ ਦੂਸਰੇ ਪਾਸੇ ਜਾ ਕੇ ਪਲਟੀ ਮਾਰ। ਬਿਲਕੁਲ ਬਿਲਕੁਲ, ਸ਼ਾਇਦ ਇਹ ਪਹਿਲੀ ਵਾਰੀ ਮੈਂ ਅੱਗੇ ਇਸ ਤਰ੍ਹਾਂ ਦੀ ਚੀਜ਼ ਨਹੀਂ ਕਦੀ ਦੇਖੀ। ਔਰ ਇਸ ਤਰ੍ਹਾਂ ਦੀ ਇੱਕ ਤਰੀਕੇ ਨਾਲ ਓਪਨ ਫਲੋਰ ਕ੍ਰਾਸਿੰਗ ਜੋ ਹੋਈ ਆ, ਵੈਸੇ ਤਾਂ ਜਿਨ੍ਹਾਂ ਨੇ ਉਹ ਕਰਵਾਈ ਆ ਉਹਨਾਂ ਵੀ ਕੋਈ ਚੰਗੀ ਪ੍ਰਥਾ ਨਹੀਂ ਸੈੱਟ ਕੀਤੀ, ਪਰ ਇਹ ਵੀ ਦਰਸਾਉਂਦੀ ਆ ਵੀ ਆਮ ਆਦਮੀ ਪਾਰਟੀ ਦੀ ਇਸ ਵੇਲੇ ਕੀ ਹਾਲਤ ਆ। ਔਰ ਇਹਦੀਆਂ ਕਈ ਵਜ੍ਹਾ ਵਾ। ਲਗਾਤਾਰ ਅਸੀਂ ਜਿਹੜੇ ਅੰਦਰ ਸੀਗੇ, ਸਾਨੂੰ ਤਾਂ ਦਿਸ ਰਿਹਾ ਸੀ ਵੀ ਕੀ ਹੋ ਰਿਹਾ ਵਾ। ਔਰ ਅਫਸੋਸ ਦੀ ਗੱਲ ਇਹ ਆ ਗਗਨ ਕਿ ਸਾਡੀ ਪਾਰਟੀ ਹਾਈ ਕਮਾਂਡ, ਸੋ ਕਾਲਡ ਹਾਈ ਕਮਾਂਡ, ਜਾਂ ਸਾਡੀ ਪਾਰਟੀ ਦੀ ਲੀਡਰਸ਼ਿਪ ਪ੍ਰਾਈਵੇਟਲੀ ਉਹ ਸਾਰੇ ਮੰਨਦੇ ਆ ਵੀ ਜੋ ਹੋ ਰਿਹਾ ਗਲਤ ਹੋ ਰਿਹਾ, ਪਰ
ਸਾਡੇ ਥੋੜ੍ਹੇ ਜਿਹੇ ਲੋਕਾਂ ਨੂੰ ਛੱਡ ਕੇ ਕਿਸੇ ਦੀ ਜ਼ਰੂਰਤ ਨਹੀਂ, ਹਾਲੇ ਵੀ ਨਹੀਂ ਜ਼ਰੂਰਤ ਨਹੀਂ ਵੀ ਉਹ ਸੱਚਾਈ ਜਿਹੜੀ ਆ ਉਹ ਬਿਆਨ ਕਰ ਸਕਣ ਤਾਂ ਕਿ ਪਾਰਟੀ ਬਚ ਸਕੇ। ਔਰ ਮੈਨੂੰ ਲੱਗਦਾ ਵਾ ਕਿ ਜੇ ਇਸੇ ਤਰ੍ਹਾਂ ਹੀ ਪਾਰਟੀ ਚੱਲਦੀ ਰਹੀ ਤੇ ਹੁਣ ਤੇ ਇਸ ਵੇਲੇ ਅੱਧਾ ਰਹਿ ਗਿਆ ਵਾ, ਪਤਾ ਨਹੀਂ ਬਾਅਦ ਦੇ ਵਿੱਚ ਅਗਲੇ ਕੁਝ ਮਹੀਨਿਆਂ ਦੇ ਵਿੱਚ ਕੀ ਹੋਣ ਵਾਲਾ। ਔਰ ਜਿਵੇਂ 20 ਵਿਧਾਇਕ ਸੀ ਉਹਨਾਂ ਦੇ ਵਿੱਚੋਂ ਹੁਣ 10 ਦੀ ਜਿਹੜੀ ਹੈਗੀ ਆ ਉਹ ਸੂਚੀ ਜਾਰੀ ਕੀਤੀ, 2 ਉਹ ਵੀ ਛੱਡ ਦਿੱਤੇ, ਉਹ ਵੀ ਨਾਰਾਜ਼ ਦੱਸੇ ਜਾ ਰਹੇ ਨੇ। ਜੱਗਾ ਏਸੋਵਾਲ ਉਹ ਵੀ ਨਾਰਾਜ਼ਗੀ ਆਪਣੀ ਪ੍ਰਗਟ ਕਰ ਹੀ ਚੁੱਕੇ ਹੈਗੇ ਨੇ। ਕੀ ਅਸਲ ਕਾਰਨ ਕੀ ਮੰਨਦੇ ਹੈਗੇ ਹੋ? ਔਰ ਇਹ ਨਿਗਾਰ ਕਿੱਥੋਂ ਤੁਹਾਨੂੰ ਲੱਗਦਾ ਹੈ ਆਉਣਾ ਸ਼ੁਰੂ ਹੁੰਦਾ ਹੈ ਕਿ ਜਦੋਂ ਸੁਖਪਾਲ ਖਹਿਰਾ ਵਾਲਾ ਇੰਸੀਡੈਂਟ ਹੁੰਦਾ ਹੈਗਾ, ਮਜੀਠੀਆ ਤੋਂ ਮਾਫੀ ਮੰਗਣ ਵਾਲੀ ਗੱਲ ਹੁੰਦੀ ਹੈ, ਕਿ ਉਹੀ ਨੀਂਹ ਪੱਥਰ ਜਿਹੜਾ ਹੈਗਾ ਉਹ ਪਾਰਟੀ ਦੇ ਨਿਗਾਰ ਦਾ ਰੱਖਿਆ ਜਾਂਦਾ ਹੈ? ਨਹੀਂ, ਨੀਂਹ ਪੱਥਰ ਇਸ ਸਭ ਦਾ ਰੱਖਿਆ ਗਿਆ 2016 ਦੇ ਵਿੱਚ, ਜਦੋਂ ਪਾਰਟੀ ਨੇ ਆਪਣੀ ਕਾਰਗੁਜ਼ਾਰੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ। ਤੁਹਾਨੂੰ ਯਾਦ ਹੋਊਗਾ, ਮੈਂ ਥੋੜ੍ਹੀ ਜਿਹੀ ਲੰਬੀ ਗੱਲ ਕਰ ਰਿਹਾ ਵਾਂ, ਜਦੋਂ 2016 ਦੇ ਵਿੱਚ ਪੰਜਾਬ ਦੀ ਪਾਰਟੀ, ਪੰਜਾਬ ਦੀ ਲੀਡਰਸ਼ਿਪ ਜਿਹੜੀ ਸੀ ਉਹ ਇੱਕ ਮੰਚ 'ਤੇ ਇਕੱਠੀ ਨਹੀਂ ਸੀ ਹੋ ਰਹੀ। ਦਿੱਲੀ ਤੋਂ ਆਏ ਕੁਝ ਲੀਡਰ ਆਏ, ਉਸ ਵੇਲੇ 2 ਮੁੱਖ ਤੌਰ 'ਤੇ ਲੀਡਰ ਇੱਥੇ ਦਿੱਲੀ ਨੇ ਪੰਜਾਬ 'ਚ ਭੇਜੇ, ਸੰਜੇ ਸਿੰਘ ਔਰ ਦੁਰਗੇਸ਼ ਪਾਠਕ। ਉਹਨਾਂ ਨੇ ਪਹਿਲੇ ਕੁਝ ਮਹੀਨੇ 'ਤੇ ਬਹੁਤ ਵਧੀਆ ਕੰਮ ਕੀਤਾ ਔਰ ਪਾਰਟੀ ਨੂੰ ਇਕੱਠਾ ਕੀਤਾ, ਪਰ ਉਸ ਤੋਂ ਬਾਅਦ ਉਹਨਾਂ ਨੇ ਵਰਚੁਅਲੀ ਪਾਰਟੀ ਨੂੰ ਟੇਕ ਓਵਰ ਹੀ ਕਰ ਲਿਆ ਔਰ ਸਾਨੂੰ ਦਿਸਦਾ ਸੀ ਵੀ ਕੀ ਹੋ ਰਿਹਾ ਵਾ। ਪ੍ਰੈਸ ਕਾਨਫਰੰਸ ਪੰਜਾਬ ਦੀ ਲੀਡਰਸ਼ਿਪ ਕਾਲ ਕਰਦੀ ਸੀ, ਪੰਜਾਬ ਦਾ ਪ੍ਰਧਾਨ ਜਿਹੜਾ ਉਸ ਵੇਲੇ ਲਾਇਆ ਸੀ, ਜਾਂ ਕੈਂਪੇਨ ਇੰਚਾਰਜ ਸੀ ਜਿਹੜਾ ਲਾਇਆ ਸੀ, ਜਾਂ ਕਨਵੀਨਰ ਸੀ ਜਿਹੜਾ ਲਾਇਆ ਸੀ, ਉਹਨਾਂ ਦੀ ਬਜਾਏ ਜਿਹੜੇ ਦਿੱਲੀ ਵਾਲੇ ਸੀਗੇ ਉਹ ਸੈਂਟਰ ਸਟੇਜ ਲੈਂਦੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਔਰ ਉਹੋ ਹੀ ਫੈਸਲੇ ਕਰਦੇ ਸੀ। ਉਹੋ ਹੀ ਕੁਝ ਘਰਾਂ ਦੇ ਵਿੱਚ ਰਹਿ ਕੇ ਉੱਥੇ ਸਲਾਹ ਮਸ਼ਵਰਾ ਕਰਕੇ ਫੈਸਲੇ ਲੈਂਦੇ ਸੀ ਔਰ ਬਾਕੀ ਕਿਸੇ ਨੂੰ ਪੁੱਛਦੇ ਨਹੀਂ ਸੀਗੇ। ਇਹ ਸ਼ੁਰੂਆਤ ਉੱਥੋਂ ਹੋਈ, ਨੀਂਹ ਪੱਥਰ ਉੱਥੇ ਰੱਖਿਆ ਗਿਆ। ਉਸ ਤੋਂ ਬਾਅਦ ਫਿਰ ਸੁੱਚਾ ਸਿੰਘ ਛੋਟੇਪੁਰ ਪਾਰਟੀ ਦੇ ਕਨਵੀਨਰ, ਜਿਨ੍ਹਾਂ ਨੇ ਸਿਆਸੀ ਤੌਰ 'ਤੇ ਪਾਰਟੀ ਨੂੰ ਪੰਜਾਬ ਦੇ ਵਿੱਚ ਖੜਾ ਕੀਤਾ, ਉਹ ਘਰ ਘਰ ਚੋਲਾ ਚੁੱਕ ਕੇ ਦਿਨ ਰਾਤ ਉਹਨਾਂ ਲਈ ਉਹ ਜਾਂਦੇ ਰਹੇ ਔਰ ਸਿਰਫ ਕਿਉਂਕਿ ਉਹ ਆਪਣੇ ਹਲਕੇ ਦੇ, ਆਪਣੇ ਇਲਾਕੇ ਦੇ ਕੁਝ ਜਿਹੜੀਆਂ ਸੀਟਾਂ ਸੀ ਉਹਦੇ 'ਚ ਉਹਨਾਂ ਨੇ ਦੱਸਿਆ ਵੀ ਮੈਂ ਇਹਨਾਂ ਲੋਕਾਂ ਨੂੰ ਚਾਹੁੰਦਾ, ਵੀ ਜ਼ਾਹਿਰ ਹੁੰਦਾ ਵੀ ਤੁਸੀਂ ਆਪਣੇ ਇਲਾਕੇ ਦੇ, ਤੁਹਾਨੂੰ ਪਤਾ ਹੁੰਦਾ ਵਾ। ਉਹਨਾਂ ਦੱਸਿਆ ਵੀ ਇਹਨਾਂ ਲੋਕਾਂ ਨੂੰ ਟਿਕਟਾਂ ਮਿਲਣੀਆਂ ਚਾਹੀਦੀਆਂ ਵਾ। ਪਾਰਟੀ ਨੂੰ ਇਹ ਚੰਗਾ ਨਹੀਂ ਲੱਗਾ ਔਰ ਉਹਨਾਂ 'ਤੇ ਮਨ ਘੜੰਤ ਉਹਨਾਂ 'ਤੇ ਇਲਜ਼ਾਮ ਲਾਏ ਗਏ ਕਿ ਉਹ ਪੈਸੇ ਇਕੱਠੇ ਕਰਦੇ ਆ ਔਰ ਇੱਕ ਸੋ ਕਾਲਡ ਸਟਿੰਗ ਆਪਰੇਸ਼ਨ ਹੋਇਆ। ਵੀਡੀਓ ਜਿਹੜੀ ਅੱਜ ਤੱਕ ਨਹੀਂ ਬਾਹਰ ਆਈ ਉਹਦੇ ਬੇਸ ਦੇ ਉੱਤੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਔਰ ਉਦੋਂ ਬੜੀ ਅਫਸੋਸ ਦੀ ਗੱਲ ਆ, ਕਿਉਂਕਿ ਸਾਡੇ ਆਪਣੇ ਪੰਜਾਬੀਆਂ 'ਚ ਇੱਕ ਬੜੀ ਮਾਰ ਆ ਕਿ ਅਸੀਂ ਆਪਣਿਆਂ ਨੂੰ ਆਪ ਹੀ ਮਾਰਦੇ ਹਾਂ। ਮੈਨੂੰ ਯਾਦ ਆ ਉਦੋਂ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬ ਦੇ ਲੀਡਰਾਂ ਦੇ ਮੋਢੇ 'ਤੇ ਬੰਦੂਕ ਚਲਾਈ। ਉਹਨਾਂ ਕਿਹਾ ਜੀ ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ ਐਵੀਡੈਂਸ ਆਇਆ ਵਾ ਅਤੇ ਤੁਸੀਂ ਸਾਰੇ ਸਾਨੂੰ ਚਿੱਠੀ ਲਿਖੋ ਕਿ ਇਹਨੂੰ ਹਟਾਉਣਾ ਚਾਹੀਦਾ ਵਾ। ਸਾਰੀ ਪੰਜਾਬ ਦੀ ਲੀਡਰਸ਼ਿਪ ਨੇ ਉਹ ਚਿੱਠੀ ਸਾਈਨ ਕਰਤੀ, ਮੈਂ ਨਹੀਂ ਕੀਤੀ। ਮੈਂ ਉਹਨੂੰ ਕਿਹਾ ਜੀ ਮੈਨੂੰ ਪਹਿਲਾਂ ਤਾਂ ਉਹ ਦਿਖਾਓ ਜਿਹੜਾ ਵੀਡੀਓ ਤੁਸੀਂ ਕੱਢਿਆ ਵਾ। ਮੈਂ ਕਿਹਾ ਜੇ ਵੀਡੀਓ ਦੇ ਵਿੱਚ ਸੱਚ ਵੀ ਆ, ਮੈਨੂੰ ਦਿਖਾਇਆ ਨਹੀਂ ਉਹਨਾਂ ਨੇ, ਮੈਂ ਕਿਹਾ ਜੇ ਸੱਚ ਵੀ ਆ ਤੇ ਪਾਰਟੀ ਦੇ ਕਨਵੀਨਰ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਕੇ ਨਹੀਂ ਕੱਢ ਸਕਦੇ, ਇਹਦੇ ਨਾਲ ਪਾਰਟੀ ਦੀ ਬੇਇੱਜ਼ਤੀ ਹੁੰਦੀ ਹੈ। ਸੋ ਇਸ ਕਰਕੇ ਆਪਾਂ ਕੋਈ ਹੋਰ ਢੰਗ ਤਰੀਕਾ ਲੱਭਾਂਗੇ। ਮੇਰੇ ਖਿਆਲ 21 ਲੋਕਾਂ ਨੇ ਪੰਜਾਬ ਦੇ ਨੇ, ਸਾਰੀ ਪੰਜਾਬ ਦੀ ਲੀਡਰਸ਼ਿਪ ਮੌਜੂਦਾ ਔਰ ਪੁਰਾਣੇ ਜਿਹੜੇ ਆ, ਇਹਨਾਂ ਸਾਰਿਆਂ ਨੇ ਸਾਈਨ ਕਰਤੀ ਉਹ ਚਿੱਠੀ ਔਰ ਉਹ ਸੁੱਚਾ ਸਿੰਘ ਛੋਟੇਪੁਰ ਜਿਹੜੇ ਨੇ ਉਹਨਾਂ ਨੂੰ। ਔਰ ਉਸ ਤੋਂ ਬਾਅਦ ਵੀ ਮੈਨੂੰ ਯਾਦ ਹੈ ਮੈਂ ਇਸੇ ਘਰ ਦੇ ਵਿੱਚ ਮੈਂ ਸੁੱਚਾ ਸਿੰਘ ਛੋਟੇਪੁਰ ਨੂੰ ਰਿਕੁਐਸਟ ਕੀਤੀ, ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ, ਮੈਂ ਕਰੀਬ 2 ਘੰਟੇ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਨਾ ਕੱਢੋ, ਲੇਕਿਨ ਉਹ ਆਂਦੇ ਜੀ ਫਰਕ ਨਹੀਂ ਪੈਂਦਾ ਕੋਈ, ਬੜੇ ਛੋੜ ਗਏ, यहाँ योगेंद्र यादव छोड़ गए, प्रशांत भूषण छोड़ गए, ਸੁੱਚਾ ਸਿੰਘ ਛੋਟੇਪੁਰ ਕੌਣ ਹੈ। ਔਰ ਅਖੀਰ ਉੱਥੋਂ ਇਹ ਦੂਜੀ ਗਲਤੀ ਸੀਗੀ। ਉਸ ਤੋਂ ਬਾਅਦ ਫਿਰ ਕੁਝ ਗਲਤ ਟਿਕਟਾਂ ਦਿੱਤੀਆਂ ਗਈਆਂ ਬਿਨਾਂ ਸਾਨੂੰ ਪੁੱਛੇ ਔਰ ਇਹ ਵੀ ਕੁਝ ਐਵੀਡੈਂਸ ਆਇਆ ਵਾ ਵੀ ਉਹਨਾਂ ਟਿਕਟਾਂ ਦੇ ਵਿੱਚ ਵੰਡ ਦੇ ਵਿੱਚ ਪੈਸੇ ਵੀ ਕੁਝ ਲੋਕੀ ਲੈ ਕੇ ਗਏ। ਕਿੱਥੇ ਗਏ ਪੈਸੇ ਇਹਦਾ ਨਹੀਂ, ਮੈਂ ਇਹਦੇ 'ਚ ਨਹੀਂ ਜਾਣਾ ਚਾਹੁੰਦਾ। ਸੋ ਇਹ ਸਭ ਕੁਝ ਹੁੰਦਾ ਰਿਹਾ ਔਰ ਫਿਰ ਜਿਹੜੀ ਸਾਡੀ ਕੈਂਪੇਨ ਸੀਗੀ ਉਹ ਦਿੱਲੀ ਕੇਂਦਰ ਸੈਂਟਰਿਕ ਸੀਗੀ। ਸਾਰਾ ਪੰਜਾਬ, ਅਰਵਿੰਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਵੀ ਠੀਕ ਹੈ ਅਰਵਿੰਦ ਕੇਜਰੀਵਾਲ ਸਾਡੇ ਪਾਰਟੀ ਦੇ ਕਨਵੀਨਰ ਨੇ, ਰਾਸ਼ਟਰੀ ਕਨਵੀਨਰ ਨੇ, ਲੇਕਿਨ ਪੰਜਾਬ ਦੀ ਲੀਡਰਸ਼ਿਪ ਕਿੱਥੇ ਸੀ। ਸੋ ਉਹ ਸਾਰੀ ਜਿਹੜੀ ਕੈਂਪੇਨ ਸੀ ਉਹ ਕੇਂਦਰ ਸੈਂਟਰਿਕ ਸੀ ਔਰ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਇਹ ਕਿਤੇ ਇਹ ਤਾਂ ਨਹੀਂ ਵੀ ਬਾਹਰ ਲੋਕੀ ਜਿਹੜੇ ਆ ਇਹੋ ਹੀ ਆ ਕੇ ਸਾਡੇ 'ਤੇ ਰਾਜ ਕਰਨਗੇ ਇੱਥੇ, ਔਰ ਇਸੇ ਕਰਕੇ ਰਿਜ਼ਲਟ ਬੜੇ ਮਾੜੇ ਆਏ। ਔਰ ਉਸ ਤੋਂ ਬਾਅਦ ਫਿਰ ਗਲਤੀ ਇਹ ਦੇਖੋ ਕੀਤੀ ਕਿ ਗੁਰਪ੍ਰੀਤ ਘੁੱਗੀ ਜਿਹੜੇ ਉਸ ਵੇਲੇ ਦੇ ਕਨਵੀਨਰ ਸੀ, ਉਹਨਾਂ ਨੂੰ ਇਹ ਸਾਰੀ ਚੀਜ਼ ਵਾਸਤੇ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਤੋਂ ਅਸਤੀਫਾ ਲੈ ਲਿਆ ਔਰ ਜਿਹੜੇ ਦਿੱਲੀ ਵਾਲੇ ਜਿਹੜੇ ਆਏ ਸੀ ਇੱਥੇ, ਜਿਨ੍ਹਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਸੀ ਜ਼ਿੰਮੇਵਾਰੀ ਲੈਣ ਦੀ, ਉਹ ਕੋਰੇ ਨਿਕਲ ਗਏ ਵਿੱਚੋਂ। ਔਰ ਫਿਰ ਸਾਨੂੰ ਇਹ ਕਿਹਾ ਗਿਆ ਜੀ ਵੀ ਤੁਸੀਂ ਸਾਰਿਆਂ ਨੇ ਇਹ ਕਹਿਣਾ ਵਾ ਵੀ ਇਹ ਮਸ਼ੀਨਾਂ ਦੀ ਗੜਬੜੀ ਹੋਈ ਹੈ। ਮੇਰੇ ਘਰ ਇੱਥੇ ਮੈਨੂੰ ਯਾਦ ਹੈ ਸੰਜੇ ਸਿੰਘ ਔਰ 2-3 ਹੋਰ ਸੱਜਣ ਆਏ ਇੱਥੇ
ਕਹਿੰਦੇ ਜੀ ਕੀ ਹੁਆ? ਮੈਂ ਕਿਹਾ ਜੀ ਆਪਣੀ ਗਲਤੀਆਂ ਕਰਕੇ ਹੋਇਆ ਸਭ ਕੁਝ। ਕਹਿੰਦੇ ਨਹੀਂ ਮਸ਼ੀਨਾਂ ਮੈਂ ਕਿਹਾ ਜੀ ਮੈਨੂੰ ਤਾਂ ਨਹੀਂ ਲੱਗਦਾ, ਹਾਲੀ ਮੇਰੀ ਆਪਣੀ ਵਿਕਟਰੀ ਮਾਰਜਨ ਬੜਾ ਥੋੜ੍ਹਾ ਸੀਗਾ। ਮੈਂ ਕਿਹਾ ਮੈਂ ਪਤਾ ਕੀਤਾ ਵਾ, ਵੋਟਾਂ ਵੀ ਇੰਨੀਆਂ ਕੀ ਪਈਆਂ ਆਪਾਂ ਨੂੰ। ਮੈਂ ਕਿਹਾ ਐਵੇਂ ਆਪਾਂ 100 ਸੀਟਾਂ ਦੀ ਗੱਲ ਕਰਦੇ ਸੀ, ਆਪਾਂ ਮਸਾਂ ਇਹਨੇ ਬੈਸਟ ਕੇਸ ਸਿਨਾਰੀਓ ਆਪਾਂ 60-65 ਸੀਟਾਂ 'ਤੇ ਬੈਠੇ ਸੀਗੇ। ਉਹ ਕਹਿੰਦੇ ਨਹੀਂ ਨਹੀਂ ਹਮ ਯਹੀ ਕहेंगे कि मशीनों की वजह से हुआ। ਕੋਈ ਚਿੰਤਨ ਨਹੀਂ ਹੋਇਆ, ਕੋਈ ਆਤਮ ਚਿੰਤਨ ਨਹੀਂ ਕਿਸੇ ਨੇ ਕੀਤਾ, ਕੋਈ ਇੰਟਰੋਸਪੈਕਸ਼ਨ ਨਹੀਂ ਕਿਸੇ ਨੇ ਕੀਤੀ। ਔਰ ਜਿਵੇਂ 2016-17 'ਚ ਕਾਰਵਾਈ ਸੀ ਉਹੀ ਪਿਛਲੇ 4-5 ਸਾਲ ਚੱਲਦੀ ਰਹੀ। ਸਗੋਂ ਉਹਦੇ ਨਾਲ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਨੇ ਦਿਲਚਸਪੀ ਨਹੀਂ ਲਈ ਪਿਛਲੇ 4 ਸਾਲਾਂ ਦੇ ਵਿੱਚ। ਔਰ ਹੁਣ ਵੀ ਉਦੋਂ ਸੰਜੇ ਸਿੰਘ ਔਰ ਦੁਰਗੇਸ਼ ਪਾਠਕ ਸੀਗੇ, ਹੁਣ ਸੁਣਿਆ ਵਾਂ ਵੀ ਜਰਨੈਲ ਸਿੰਘ, ਰਾਘਵ ਚੱਡਾ ਔਰ ਇੱਕ ਕੋਈ ਸੰਦੀਪ ਪਾਠਕ ਆ, ਉਹ ਇਹ ਸਾਰਾ ਸਿਸਟਮ ਚਲਾ ਰਹੇ ਆ। ਸੋ ਕੋਈ ਸਬਕ ਨਹੀਂ ਸਿੱਖਿਆ। ਜੋ ਗਲਤੀਆਂ ਉਦੋਂ ਕੀਤੀਆਂ ਸੀ ਅਸੀਂ ਉਹੀ ਗਲਤੀਆਂ ਹੁਣ ਫਿਰ ਦੁਹਰਾ ਰਹੇ ਹਾਂ, ਸ਼ਾਇਦ ਉਸ ਤੋਂ ਜ਼ਿਆਦਾ ਗਲਤੀਆਂ ਦੁਹਰਾ ਰਹੇ ਹਾਂ। ਜੋ ਹਾਲਾਤ 2016 ਸੀਗੇ ਉਹੀ 2021 ਦੇ ਵਿੱਚ ਵੀ ਹੁਣ 2016 ਦੇ ਵਿੱਚ ਹਵਾ ਸੀ ਗਗਨ, ਹੁਣ ਕਿੱਥੇ ਆ ਉਹ ਹਵਾ? ਅਸੀਂ ਆਪਣੇ ਹਲਕੇ ਦੇ ਵਿੱਚ ਤੁਸੀਂ ਜਿੱਥੇ ਜਾਂਦੇ ਸੀਗੇ ਯੂ ਬੀ ਮੌਬਡ, ਹੁਣ ਕਿੱਥੇ ਆ ਲੋਕੀ ਤੁਹਾਡੇ ਨਾਲ? ਸੋ ਇਸ ਕਰਕੇ ਹੁਣ ਹਾਲਾਤ ਕਿਤੇ ਉਦੋਂ ਨਾਲੋਂ ਬੱਤਰ ਆ। ਜਿਸ ਤਰੀਕੇ ਨਾਲ ਪਿਛਲੀ ਵਾਰ ਇਹ ਵੱਡੀ ਗਲਤੀ ਰਹੀ ਕਿ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਸੀਗਾ, ਲੋਕ ਪੁੱਛਦੇ ਵੀ ਰਹੇ ਮੁੱਖ ਮੰਤਰੀ ਕੌਣ ਹੋਊਗਾ, ਉਸ ਦਾ ਤੁਹਾਨੂੰ ਦੱਸ ਦਿੱਤਾ ਜਾਵੇ, ਔਰ ਉਹੀ ਗੱਲ ਇਹ ਹੁਣ ਵੀ ਕਰ ਰਹੇ ਨੇ। ਤਾਂ ਕੀ ਲੱਗਦਾ ਕਿ ਪਾਰਟੀ ਦੇ ਐਮਐਲਏ ਵੀ ਕਸੂਰਵਾਰ ਰਹੇ ਨੇ ਕਿ ਉਹ ਵੀ ਇਹ ਸਮੇਂ-ਸਮੇਂ ਦੇ ਉੱਤੇ ਆਵਾਜ਼ ਨਹੀਂ ਚੁੱਕ ਪਾਏ, ਉਹ ਦਿੱਲੀ ਤੱਕ ਨਹੀਂ ਪਹੁੰਚਾ ਪਾਏ, ਜਾਂ ਉਹਨਾਂ ਦੀ ਹਿੰਮਤ ਹੀ ਨਹੀਂ ਪਈ, ਜਾਂ ਦਿੱਲੀ ਵਾਲੇ ਉਹਨਾਂ ਦੇ ਉੱਤੇ ਧਿਆਨ ਹੀ ਨਹੀਂ ਦੇ ਪਾਏ, ਉਹ ਆਵਾਜ਼ ਨੂੰ ਚੁੱਕਣ ਹੀ ਦਿੱਤਾ ਗਿਆ? ਸਾਡੀ ਨਾ ਲੀਡਰਸ਼ਿਪ ਜਿਹੜੀ ਆ ਉਹਦੀ ਦੋਗਲੀ ਨੀਤੀ ਆ। ਪੰਜਾਬ ਦੇ ਵਿੱਚ ਤੇ ਉਹਨਾਂ ਨੇ ਸੀਐਮ ਦਾ ਚਿਹਰਾ ਨਹੀਂ ਦਿੱਤਾ, ਇਹ ਕਹਿੰਦੇ ਰਹੇ ਜੀ ਵੀ ਐਮਐਲਏ ਫੈਸਲਾ ਕਰਨਗੇ। ਔਰ ਦੂਜੇ ਰਾਜਾਂ ਦੇ ਵਿੱਚ ਗੋਆ ਜਾਂ ਬਾਕੀ ਰਾਜਾਂ ਦੇ ਵਿੱਚ ਅਨਾਉਂਸ ਕਰਤਾ ਵੀ ਆਹ ਬੰਦਾ ਚਿਹਰਾ ਹੋਊਗਾ। ਸੋ ਦੋਗਲੀ ਨੀਤੀ, ਰਾਈਟ? ਜਾਂ ਤਾਂ ਤੁਸੀਂ ਕਹਿ ਦਿਓ ਕਿ ਆਮ ਆਦਮੀ ਪਾਰਟੀ ਕੋਈ ਚਿਹਰਾ ਕਦੀ ਨਹੀਂ ਅਨਾਉਂਸ ਕਰੂਗੀ, ਅਸੀਂ ਨੀਤੀਆਂ ਦੇ ਆਧਾਰ ਦੇ ਉੱਤੇ ਇਲੈਕਸ਼ਨ ਲੜਾਂਗੇ ਔਰ ਬਾਅਦ ਵਿੱਚ ਐਮਐਲਏ ਜਿਵੇਂ ਜੋ ਡਿਸਾਈਡ ਕਰਨਗੇ ਉਹ ਹੋਊਗਾ। ਇੱਕ ਪਾਲਿਸੀ ਤਾਂ ਹੋਣੀ ਚਾਹੀਦੀ ਹੈ ਨਾ। ਦੂਸਰੀ ਗੱਲ, ਐਮਐਲਏ ਜਿਹੜੇ ਨੇ ਉਹ ਬਿਲਕੁਲ ਜ਼ਿੰਮੇਵਾਰ ਨੇ ਜੋ ਹੋਇਆ, ਲੀਡਰਸ਼ਿਪ ਬਿਲਕੁਲ ਜ਼ਿੰਮੇਵਾਰ ਹੈ। ਜੋ ਸੱਚਾਈ ਆ ਪ੍ਰਾਈਵੇਟਲੀ ਉਹ ਹੋਰ ਗੱਲ ਕਹਿੰਦੇ ਆ, ਪਬਲਿਕਲੀ ਹੋਰ ਗੱਲ ਕਹਿੰਦੇ ਆ। ਜਦੋਂ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗੀ, ਸਾਨੂੰ ਨਹੀਂ ਪੁੱਛਿਆ ਗਿਆ, ਅਸੀਂ ਇਤਰਾਜ਼ ਕੀਤਾ। ਸਾਰੀ ਪੰਜਾਬ ਦੀ ਲੀਡਰਸ਼ਿਪ ਸਾਰੇ ਐਮਐਲਏ ਬਹੁਤ ਨਾਰਾਜ਼ ਸਨ। 2-3 ਐਮਐਲਏ ਤੇ ਜਦੋਂ ਅਸੀਂ ਮੀਟਿੰਗ ਕੀਤੀ ਉਹਦੇ 'ਚ ਰੋਏ ਵੀ, ਤੁਸੀਂ ਹੈਰਾਨ ਹੋ ਗਏ, ਰੋਏ ਵੀ ਅਸੀਂ ਇੰਨੇ ਕੁ ਡਿਸਗਸਟਡ ਆ, ਅਸੀਂ ਇੰਨੇ ਕੁ ਨਿਰਾਸ਼ ਹੋ ਗਏ ਹਾਂ। ਪਰ ਉਸ ਤੋਂ ਬਾਅਦ ਜਦੋਂ ਦਿੱਲੀ ਨੇ ਬੁਲਾਇਆ ਉਹ ਉਹੀ ਗੱਲ ਕਰਨ ਲੱਗ ਪਏ ਜੀ ਵੀ ਉਹਨਾਂ ਦੇ ਕੇਸ ਬੜੇ ਚੱਲਣੇ ਸੀ ਉਹਨਾਂ 'ਤੇ। ਦੇਖੋ ਡੈਫੇਮੇਸ਼ਨ ਕੇਸ ਜਿਹੜੇ ਆ, ਮੈਂ ਤਾਂ ਬਤੌਰ ਜਰਨਲਿਸਟ ਸਾਰੀ ਉਮਰ ਡੈਫੇਮੇਸ਼ਨ ਦੇ ਕੇਸ ਭੁਗਤੇ ਆ, ਰਾਈਟ? ਉਹਨਾਂ ਦਿਨਾਂ ਦੇ ਵਿੱਚ ਵੀ ਜਦੋਂ 2017 ਇਲੈਕਸ਼ਨ ਤੋਂ ਬਾਅਦ ਵੀ ਮੇਰੇ ਖਿਲਾਫ ਜਿਹੜਾ ਕੇਬਲ ਮਾਫੀਆ ਕਿਹਾ ਸੀ, ਕੇਬਲ ਮਾਫੀਆ ਨੂੰ ਮਾਫੀਆ ਕਿਹਾ ਸੀ, ਉਹਨਾਂ ਨੇ ਮੇਰੇ ਖਿਲਾਫ ਕੇਸ ਕੀਤਾ ਸੀ। ਮੈਂ ਵੀ ਉਹ ਕੇਸ ਲੜਿਆ, ਮੈਂ ਜਿੱਤਿਆ ਉਹ ਕੇਸ। ਸੋ ਇਹ ਤੇ ਜਦੋਂ ਤੁਸੀਂ ਗੱਲ ਕਰਦੇ ਜੇ ਤਾਂ ਤੁਸੀਂ ਸੋਚ ਸਮਝ ਕੇ ਗੱਲ ਕਰਨੀ ਹੁੰਦੀ ਹੈ ਨਾ, ਵੀ ਤੁਸੀਂ ਇਹਨੂੰ ਤੁਸੀਂ ਇਹਦੇ 'ਤੇ ਖਰੇ ਉਤਰ ਸਕਦੇ ਕਿ ਨਹੀਂ ਉਤਰ ਸਕਦੇ। ਔਰ ਉਹਦੇ 'ਚ ਮਾਫੀ ਮੰਗਣ ਦੀ ਲੋੜ ਹੀ ਨਹੀਂ ਸੀਗੀ। ਅੱਜ ਵੀ ਤੇ ਉਹ ਮਸਲਾ ਜਿਹੜਾ ਅੱਜ ਵੀ ਚੱਲ ਰਿਹਾ, ਔਰ ਹੋਰ ਵੀ ਲੋਕੀ ਅੱਜ ਵੀ ਕਹਿ ਰਹੇ ਆ ਉਹਨਾਂ ਨੂੰ ਉਹੀ ਗੱਲਾਂ ਜੋ ਅਸੀਂ ਅਰਵਿੰਦ ਕੇਜਰੀਵਾਲ ਨੇ ਅਸੀਂ ਕਹੀਆਂ ਸੀ, ਜਿਹਦੇ ਤੋਂ ਪਿੱਛੇ ਹਟ ਗਏ। ਖੈਰ ਜੇ ਪਿੱਛੇ ਹਟਣਾ ਸੀ ਤਾਂ ਗੱਲ ਕਰਨੀ ਨਹੀਂ ਸੀ ਚਾਹੀਦੀ। ਇਹ ਕੀ ਲੋੜ ਸੀ ਕਹਿਣ ਦੀ ਜੀ ਕਾਲਰ ਸੇ ਪਕੜ ਕੇ ਹਮ ਅੰਦਰ ਕਰਾਂਗੇ? ਇਹ ਕਿੱਥੋਂ ਦਾ ਕਾਨੂੰਨ ਹੈ ਜਿਹੜਾ ਕਹਿੰਦਾ ਵੀ ਤੁਸੀਂ ਬਿਨਾਂ ਤਫਤੀਸ਼ ਦੇ ਕਾਲਰ ਤੋਂ ਫੜ ਕੇ ਇਹਨੂੰ ਅੰਦਰ ਕਰ ਦਿਓ? ਮੈਨੂੰ ਅਫਸੋਸ ਹੈ ਅੱਜ ਵੀ ਇਹੋ ਜਿਹੇ ਕੁਝ ਲੀਡਰ ਇਹੋ ਜਿਹੀਆਂ ਗੱਲਾਂ ਕਰਦੇ ਆ ਦੂਜੀਆਂ ਪਾਰਟੀਆਂ ਦੇ। ਇਸ ਤਰ੍ਹਾਂ ਦੀ ਗੱਲ ਕਰਨੀ ਨਹੀਂ ਚਾਹੀਦੀ। ਆਫਟਰ ਆਲ ਸਾਡੇ ਤੋਂ ਵੀ ਆਰ ਰਿਸਪੋਂਸਿਬਲ ਪੀਪਲ, ਵੀ ਸ਼ੁੱਡ ਮੇਕ ਰਿਸਪੋਂਸਿਬਲ ਸਟੇਟਮੈਂਟਸ, ਵੀ ਸ਼ੁੱਡ ਪਲੇ ਰਿਸਪੋਂਸਿਬਲ ਪੋਲੀਟਿਕਸ, ਰਾਈਟ? ਸੋ ਉਦੋਂ ਸਾਡੀ ਲੀਡਰਸ਼ਿਪ 'ਚ ਪੰਜਾਬ ਦੇ ਜਿਹੜੇ ਐਮਐਲਏ ਆ ਜਿਸ ਤਰ੍ਹਾਂ ਬੋਲਣਾ ਚਾਹੀਦਾ ਸੀ ਨਹੀਂ ਬੋਲੇ। ਉਸ ਤੋਂ ਬਾਅਦ ਜਦੋਂ ਐਲਓਪੀ ਨੂੰ ਹਟਾਇਆ ਵਾ, ਇਹੋ ਹੀ ਲੋਕੀ ਆਉਂਦੇ ਰਹੇ ਵੀ ਐਲਓਪੀ ਬੜਾ ਵਧੀਆ ਕੰਮ ਕਰ ਰਿਹਾ। ਜਦੋਂ ਹਟਾਤਾ ਤੇ ਉਦੋਂ ਸਾਨੂੰ 6-7 ਨੂੰ ਛੱਡ ਕੇ ਬਾਕੀ ਨਾਲ ਚਲੇ ਗਏ। ਜੇ ਆ ਲੋਕੀ ਜਿਹੜੇ ਹੁਣ ਛੱਡ ਕੇ ਗਏ ਆ ਪਾਰਟੀ ਨੂੰ, ਜਾਂ ਉਸ ਤੋਂ ਬਾਅਦ ਜਿਹੜੇ ਛੱਡ ਕੇ ਗਏ ਆ, ਜੇ ਉਦੋਂ ਸਾਡੇ ਨਾਲ ਆ ਜਾਂਦੇ ਤੇ ਸ਼ਾਇਦ ਸਾਡੀ ਦਿੱਲੀ ਦੀ ਲੀਡਰਸ਼ਿਪ ਨੂੰ ਸਮਝ ਆ ਜਾਣੀ ਸੀਗੀ ਵੀ ਅਸੀਂ ਗਲਤ ਕਰ ਰਹੇ ਹਾਂ। ਉਹਨਾਂ ਨੂੰ ਲੱਗਦਾ ਰਿਹਾ ਵੀ ਇਹ 2-4 ਬੰਦੇ ਆ ਜਿਹੜੇ ਇਹ ਗੜਬੜ ਕਰਦੇ ਆ, ਬਾਕੀ ਸਾਰੇ ਨਾਲ ਆ। ਪਰ ਅਸਲੀਅਤ ਇਹ ਆ ਵੀ ਅੱਧੀ ਪਾਰਟੀ ਬਾਹਰ, ਅੱਧੇ ਐਮਐਲਏ ਬਾਹਰ ਚਲੇ ਗਏ ਹੁਣ, ਔਰ ਜਿਹੜੇ ਹੈ ਉਹਨਾਂ 'ਚੋਂ ਵੀ ਜੋ ਮੈਂ ਸੁਣ 'ਚ ਆਇਆ, ਮੈਨੂੰ ਨਿੱਜੀ ਜਾਣਕਾਰੀ ਕੋਈ ਨਹੀਂ ਵੀ ਸ਼ਾਇਦ ਕੁਝ ਹੋਰ ਜਾਣਾ ਚਾਹੁੰਦੇ ਆ ਜਾਂ ਨਾਰਾਜ਼ ਨੇ ਪਾਰਟੀ ਦੇ ਨਾਲ। ਹੁਣ ਅਗਲੇ ਦਿਨਾਂ ਦੇ 'ਚ ਇਸ ਗੱਲ ਦਾ ਪਤਾ ਲੱਗੂ। ਪਾਰਟੀ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ? ਕਿਉਂਕਿ ਚੋਣਾਂ ਹੁਣ ਨਜ਼ਦੀਕ ਆ ਰਹੀਆਂ ਨੇ, 22 ਦੇ ਵਿੱਚ ਉਹਨਾਂ ਨੇ ਵੀ ਚਿਹਰੇ ਲੱਭਣੇ ਨੇ, ਉਮੀਦਵਾਰ ਐਲਾਨੇ ਨੇ। ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈਗੀ ਹੈ? ਤੁਹਾਨੂੰ ਕੋਈ ਮਨਾਉਣ ਦੀ ਕੋਸ਼ਿਸ਼ ਕੀਤੀ? ਕਿਉਂਕਿ ਜੱਗਾ ਹਿੱਸੋਵਾਲ ਦੇ ਘਰ ਤਾਂ ਡਿਊਟੀ ਲਾ ਦਿੱਤੀ ਸੀਗੀ, ਕੁਲਤਾਰ ਸੰਧਵਾ ਹੋਣੀ, ਰੋੜੀ ਹੋਣੀ, ਮਨਜੀਤ ਬਿਲਾਸਪੁਰ ਹੋਣੀ ਜਾ ਕੇ ਮਨਾ ਕੇ ਆਏ ਨੇ ਉੱਥੇ, ਪਰ ਉਹ ਮੰਨੇ ਨਹੀਂ। ਤੁਹਾਡੇ ਨਾਲ ਕਿਸੇ ਨੇ ਕੋਈ ਕੋਸ਼ਿਸ਼? ਮੇਰੇ ਤੱਕ ਕੁਝ ਐਮਐਲਏਜ਼ ਜਿਹੜੇ ਨੇ ਉਹ ਸੰਪਰਕ ਕਰਦੇ ਰਹਿੰਦੇ ਆ,
ਕੁਝ NRIs ਜਿਹੜੇ ਬਾਹਰ ਬੈਠੇ ਆ, ਜਿਹੜੇ ਪਾਰਟੀ ਦੇ ਸ਼ੁਭ ਚਿੰਤਕ ਨੇ, ਉਹ ਗੱਲ ਕਰਦੇ ਰਹਿੰਦੇ ਆ। ਲੇਕਿਨ ਮੇਰਾ ਸਟੈਂਡ ਬੜਾ ਸਪਸ਼ਟ ਹੈ ਕਿ ਮੈਂ ਜਿਹੜਾ ਸਟੈਂਡ ਲਿਆ ਵਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਭਰੋਸੇ 'ਚ ਲਏ ਬਿਨਾਂ ਵੱਡੇ ਫੈਸਲੇ ਤੁਸੀਂ ਨਹੀਂ ਕਰ ਸਕਦੇ। ਮੈਂ ਅੱਜ ਵੀ ਉੱਥੇ ਹੀ ਖੜਾ ਵਾਂ। ਔਰ ਮੈਂ ਇਹ ਵੀ ਇੱਕ ਸਟੈਂਡ ਲਿਆ ਵਾ ਕਿ ਮੈਨੂੰ ਬਿਨਾਂ ਵਜ੍ਹਾ ਪਾਰਟੀ ਨੇ ਸਸਪੈਂਡ ਕੀਤਾ ਵਾ। ਮੈਂ ਕੁਝ ਸੱਚੀਆਂ ਗੱਲਾਂ ਕੀਤੀਆਂ, ਸੱਚੀਆਂ ਗੱਲਾਂ ਕਰਕੇ ਮੈਨੂੰ ਸਸਪੈਂਡ ਕੀਤਾ ਵਾ। ਪਹਿਲਾਂ ਪਾਰਟੀ ਮੇਰੀ ਸਸਪੈਂਸ਼ਨ ਰਿਵੋਕ ਕਰੇ, ਫਿਰ ਮੈਂ ਗੱਲ ਕਰੂੰਗਾ। ਸੋ ਉਸ ਤੋਂ ਬਾਅਦ ਮੇਰੇ ਕੋਲ ਕੋਈ ਨਹੀਂ ਹੈ। ਤਾਂ ਕੀ ਲੱਗਦਾ ਹੈਗਾ ਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੀ ਪਾਰਟੀ ਜਿਹੜੀ ਹੈਗੀ ਆ ਉਹ ਆਪਣੇ ਤੌਰ ਦੇ ਉੱਤੇ ਫੈਸਲੇ ਲਵੇ, ਨਜ਼ਰ ਆਉਂਦੀ ਹੈ ਕੋਈ ਇਹੋ ਜਿਹੀ ਪਾਰਟੀ? ਅਕਾਲੀ ਦਲ ਹੀ ਆਪਣੇ ਆਪ ਨੂੰ ਕਹਾਉਂਦਾ ਹੈ ਕਿ ਅਸੀਂ ਫੈਸਲੇ ਜਿਹੜੇ ਹੈਗੇ ਆ ਉਹ ਆਪਣੇ ਤੌਰ ਦੇ ਉੱਤੇ ਲੈਂਦੇ ਆ, ਬਾਕੀ ਤਾਂ ਸਾਰਿਆਂ ਨੂੰ ਦਿੱਲੀ ਤੋਂ ਫੈਸਲੇ ਲੈਣੇ ਪੈਂਦੇ ਹੈਗੇ ਨੇ। ਇਹੋ ਜਿਹੀ ਫਿਰ ਪਾਰਟੀ ਤੁਹਾਨੂੰ ਕਿਹੜੀ ਨਜ਼ਰ ਆਉਂਦੀ? ਬਹੁਤ ਅੱਛਾ ਸਵਾਲ ਹੈ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾਂ ਕਿਸੇ ਵੀ ਖੇਤਰੀ ਪਾਰਟੀ ਨੂੰ ਛੱਡ ਕੇ, ਹਰਿਆਣੇ 'ਚ ਵੀ ਖੇਤਰੀ ਪਾਰਟੀ ਹੈ ਜਾਂ ਵੈਸਟ ਬੰਗਾਲ 'ਚ ਵੀ ਹੈ ਜਾਂ ਤਾਮਿਲਨਾਡੂ 'ਚ ਵੀ ਹੈ, ਇਹਨਾਂ ਜਾਂ ਬਿਹਾਰ 'ਚ, ਇਹਨਾਂ ਖੇਤਰੀ ਪਾਰਟੀਆਂ ਨੂੰ ਛੱਡ ਕੇ ਜਿਹੜੇ ਨੈਸ਼ਨਲ ਪਾਰਟੀਜ਼ ਹੈ, ਰਾਸ਼ਟਰੀ ਪਾਰਟੀਜ਼ ਆ, ਉਹਨਾਂ ਦੀ ਹਾਈ ਕਮਾਂਡ ਹੀ ਫੈਸਲੇ ਲੈਂਦੀ ਹੈ। ਲੇਕਿਨ ਅਸੀਂ ਤੇ ਰਾਜਨੀਤੀ ਸਿਆਸਤ ਬਦਲਣ ਆਏ ਸੀਗੇ। ਅਸੀਂ ਤੇ ਸਿਆਸਤ ਬਦਲਣ ਆਏ ਸੀਗੇ, ਸਿਆਸਤ ਸਿਖਾਉਣ ਵਾਸਤੇ ਆਏ ਸੀ, ਇਹ ਨਾਰਾ ਸੀ। ਹਾਂ, ਔਰ ਅਸੀਂ ਇਹ ਸਿਆਸਤ ਨਹੀਂ ਸੀ, ਇਸ ਤਰ੍ਹਾਂ ਦੀ ਸਿਆਸਤ ਨਹੀਂ ਸੀ ਕਰਨਾ ਹੈ। ਸੋ ਅਸੀਂ ਵੀ ਉਹੀ ਕਰਨ ਲੱਗ ਪਏ ਜੋ ਬਾਕੀ ਪਾਰਟੀਆਂ ਕਰਦੀਆਂ। ਔਰ ਮੈਂ ਇਸ ਕੰਟੈਕਸਟ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ 2016 ਦੇ ਵਿੱਚ ਮੈਂ ਵੀ ਜੋ ਪਾਰਟੀ ਕਹਿ ਰਹੀ ਸੀ ਮੈਂ ਉਹੀ ਕਰਦਾ ਸੀ। ਲੇਕਿਨ 2017 ਦੀ ਹਾਰ ਤੋਂ ਬਾਅਦ ਜਦੋਂ ਸਾਨੂੰ ਬਹੁਤ ਘੱਟ ਸੀਟਾਂ ਆਈਆਂ, ਮੈਨੂੰ ਉਦੋਂ ਬਾਹਰ ਜਾਣ ਦਾ ਮੌਕਾ ਮਿਲਿਆ। ਮੇਰੇ ਪਰਿਵਾਰ ਦੇ ਨਾਲ ਇੱਕ ਬਹੁਤ ਵੱਡੀ ਟ੍ਰੈਜਡੀ ਹੋ ਗਈ ਸੀ। ਉਦੋਂ ਮੈਂ ਜੋ ਬਾਹਰ ਗਿਆ ਆਪਣੇ ਹਾਲਾਤਾਂ ਕਰਕੇ, ਆਪਣਾ ਪਰਿਵਾਰ ਦਾ ਮਸਲਾ ਸੰਭਾਲਣ ਵਾਸਤੇ, ਅਤੇ ਉੱਥੇ ਮੈਂ ਉੱਥੋਂ ਦੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਕੈਨੇਡਾ ਦੇ ਵਿੱਚ ਮੈਂ 2-3 ਮਹੀਨੇ ਪਹਿਲੋਂ ਰਿਹਾ, ਫਿਰ ਮਹੀਨਾ ਬਾਅਦ 'ਚ ਜਾ ਕੇ ਰਿਹਾ। ਔਰ ਮੈਨੂੰ ਲੱਗਾ ਕਿ ਜੋ ਕੈਨੇਡਾ ਦੇ ਵਿੱਚ ਸਿਸਟਮ ਆ ਉਹ ਬਹੁਤ ਅੱਛਾ ਸਿਸਟਮ ਹੈ, ਔਰ ਸਾਡੇ ਵਰਗੀ ਪਾਰਟੀ ਨੂੰ ਸ਼ਾਇਦ ਉਹ ਸਿਸਟਮ ਅਡਾਪਟ ਕਰਨਾ ਚਾਹੀਦਾ ਵਾ। ਉੱਥੇ ਜਿਹੜੀ ਨੈਸ਼ਨਲ ਪਾਰਟੀ ਵੀ ਆ, ਭਾਵੇਂ ਉਹ ਲਿਬਰਲ ਪਾਰਟੀ ਆ ਜਾਂ ਕੰਜ਼ਰਵੇਟਿਵ ਪਾਰਟੀ ਆ, ਉਹਨਾਂ ਦੀ ਰਾਸ਼ਟਰੀ ਯੂਨਿਟ ਔਰ ਜਿਹੜੀ ਪ੍ਰੋਵਿੰਸ਼ੀਅਲ ਯੂਨਿਟ ਆ ਉਹ ਅੱਡ-ਅੱਡ ਚੱਲਦੀਆਂ। ਪਾਰਟੀ ਉਹੀ ਆ, ਲੇਕਿਨ ਉਹ ਟੋਟਲੀ ਇੰਡੀਪੈਂਡੈਂਟ ਆ। ਉਹਨਾਂ ਦੀ ਫੰਡਿੰਗ ਅੱਡ ਆ, ਉਹਨਾਂ ਦਾ ਸਿੰਬਲ, ਉਹਨਾਂ ਦਾ ਫੰਡਿੰਗ ਅੱਡ ਆ, ਸਿੰਬਲ ਤਾਂ ਸੇਮ ਹੈ, ਉਹਨਾਂ ਦਾ ਫੰਡਿੰਗ ਅੱਡ ਆ, ਉਹਨਾਂ ਦਾ ਸੰਵਿਧਾਨ ਅੱਡ ਆ, ਰਾਈਟ। ਉਹਨਾਂ ਦੀ ਲੀਡਰਸ਼ਿਪ ਅੱਡ ਆ, ਔਰ ਲੀਡਰਸ਼ਿਪ ਇੰਡੀਪੈਂਡੈਂਟ ਆ। ਸਿਰਫ NDP ਨੂੰ ਛੱਡ ਕੇ ਇਹ ਬਿਲਕੁਲ ਅੱਡ-ਅੱਡ ਚੱਲਦਾ ਸਿਸਟਮ। ਸੋ ਮੈਂ ਇੱਥੇ ਆ ਕੇ ਫਿਰ ਮੇਰੇ ਖਿਆਲ 5 ਜਾਂ 4 ਦਸੰਬਰ ਨੂੰ ਮੈਂ ਅਰਵਿੰਦ ਕੇਜਰੀਵਾਲ ਨੂੰ ਇੱਕ ਈਮੇਲ ਲਿਖੀ, ਸ਼ਾਇਦ ਉੱਥੋਂ ਹੀ ਲਿਖੀ ਆ, ਇੱਥੇ ਆ ਕੇ ਮੈਨੂੰ ਯਾਦ ਨਹੀਂ ਆ, ਲਿਖੀ ਜਿਸ 'ਚ ਮੈਂ ਉਹਨੂੰ ਦੱਸਿਆ ਕਿ ਆਪਾਂ ਨੂੰ ਆਹ ਸਿਸਟਮ ਅਡਾਪਟ ਕਰਨਾ ਚਾਹੀਦਾ ਵਾ, ਔਰ ਇਹਦੇ ਨਾਲ ਆਪਾਂ ਪਾਰਟੀ ਜਿਹੜੀ ਆ ਸਾਰੀਆਂ ਰਾਜਾਂ ਦੇ ਵਿੱਚ ਕਾਮਯਾਬ ਹੋ ਸਕਦੀ ਹੈ। ਫਿਰ ਨੈਸ਼ਨਲ ਪਾਰਟੀ ਵੀ ਰਹੂਗੀ ਔਰ ਐਜ਼ ਪਰ ਦੀ ਐਸਪੀਰੇਸ਼ਨਸ ਆਫ ਦੀ ਸਟੇਟਸ ਆਪਾਂ ਚੱਲ ਸਕਾਂਗੇ। ਉਹਨੇ ਜਵਾਬ ਨਹੀਂ ਦਿੱਤਾ। ਮੈਂ 2-2.5 ਪੇਜ ਦੀ ਈਮੇਲ ਸੀਗੀ, ਔਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਨੂੰ ਇੱਕ ਤਰੀਕੇ ਨਾਲ ਆਈਸੋਲੇਟ ਕਰਨ ਦੀ ਕੋਸ਼ਿਸ਼ ਹੋ ਗਈ। ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ, 2-3 ਹੋਰ ਵਾਕਿਆ ਹੋ ਗਏ। LOP ਦਾ ਵਾਕਿਆ ਹੋ ਗਿਆ, ਮਾਫੀਨਾਮੇ ਦਾ ਵਾਕਿਆ ਹੋ ਗਿਆ, ਔਰ ਫਿਰ ਮੈਨੂੰ ਬਾਅਦ ਦੇ ਵਿੱਚ ਸਸਪੈਂਡ ਕਰਤਾ ਗਿਆ। ਸਵਾਲ ਉਹੀ ਹੈ ਕਿ ਕੀ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਉੱਤੇ ਕਿਹੜੀ ਪਾਰਟੀ ਹੈਗੀ ਆ ਉਹ ਬਿਹਤਰ ਕੰਮ ਕਰ ਸਕਦੇ, ਜਿਹਨੂੰ ਦਿੱਲੀ ਤੋਂ ਫੈਸਲੇ ਨਾ ਲੈਣੇ ਪੈਣ, ਆਪਣੇ ਤੌਰ ਦੇ ਉੱਤੇ ਉਹ ਫੈਸਲੇ ਲੈ ਕੇ ਲੋਕਾਂ ਦੇ ਮਸਲੇ ਹੱਲ ਕਰ ਸਕਦੇ? ਦੇਖੋ, ਈਵਨ ਤੁਸੀਂ ਨੋਟਿਸ ਕੀਤਾ ਹੋਣਾ ਵਾ, ਇੰਡੀਅਨ ਨੈਸ਼ਨਲ ਕਾਂਗਰਸ ਇਹਨਾਂ ਸਾਰੀਆਂ ਪਾਰਟੀਆਂ ਤੋਂ ਸਭ ਤੋਂ ਪੁਰਾਣੀ ਪਾਰਟੀ ਹੈ, ਔਰ ਉਹ ਵੀ ਪਾਰਟੀ ਜਿਹੜੀ ਆ, ਜਿਹੜੀ ਬੇਸਿਕਲੀ ਦਿੱਲੀੋਂ ਚੱਲਦੀ ਸੀ। ਹਾਈ ਕਮਾਂਡ ਦਾ ਨਾਰਾ ਜਾਂ ਕਲਚਰ ਜਿਹੜਾ ਉਹ ਸ਼ਾਇਦ ਇੰਡੀਅਨ ਕਾਂਗਰਸ ਤੋਂ ਹੀ ਆਇਆ ਵਾ। ਉਹ ਵੀ ਤੁਸੀਂ ਨੋਟਿਸ ਕੀਤਾ ਹੋਣਾ ਵਾ ਪਿਛਲੇ ਕੁਝ ਮਹੀਨਿਆਂ ਤੋਂ। ਜਿਹੜੀ ਇੱਥੋਂ ਦੀ ਯੂਨਿਟ ਆ, ਉਹਨੂੰ ਕਾਫੀ ਹੱਦ ਤੱਕ ਉਹਨਾਂ ਨੇ ਅਟੋਨਮੀ ਦਿੱਤੀ ਹੈ। ਹੁਣ ਪਤਾ ਨਹੀਂ ਟਿਕਟਾਂ ਵੇਲੇ ਕੀ ਹੋਊਗਾ, ਸ਼ਾਇਦ ਇਹਨਾਂ ਨੂੰ ਪੁੱਛ ਕੇ ਹੀ ਟਿਕਟਾਂ ਫਾਈਨਲਾਈਜ਼ ਕਰਨਗੇ, ਪਰ ਹੁਣ ਜੋ ਕਾਰਗੁਜ਼ਾਰੀ ਇੱਥੇ ਹੋ ਰਹੀ ਆ, ਤੁਸੀਂ ਵੇਖ ਹੀ ਰਹੇ ਜੇ ਕਿ ਇੱਥੋਂ ਦੀ ਲੀਡਰਸ਼ਿਪ ਜਿਹੜੀ ਉਹ ਫੈਸਲੇ ਲੈ ਰਹੀ ਹੈ। ਉਹਨਾਂ ਨੂੰ ਸਿਰਫ ਕੰਸਲਟ ਕਰਦੀ ਆ, ਬਾਕੀ ਫੈਸਲੇ ਇੱਥੇ ਲਏ ਜਾ ਰਹੇ ਆ। ਸੋ ਜੇ ਨੈਸ਼ਨਲ ਪਾਰਟੀ ਜਿਹੜੀ ਆ, ਇੰਡੀਅਨ ਨੈਸ਼ਨਲ ਕਾਂਗਰਸ ਵਰਗੀ ਪਾਰਟੀ ਜੇ ਚੇਂਜ ਹੋ ਰਹੀ ਆ, ਅਤੇ ਸਾਡੀ ਨਵੀਂ ਪਾਰਟੀ ਆ, ਸਾਨੂੰ ਤਾਂ ਚੇਂਜ ਹੋਣ 'ਚ ਪ੍ਰੋਬਲਮ ਹੀ ਕੋਈ ਨਹੀਂ ਗੀ। ਔਰ ਇਹ ਚੇਂਜ ਦਾ ਫਾਇਦਾ ਵਾ, ਮੈਂ ਅੱਜ ਵੀ ਕਹਿਣਾ ਵਾਂ, ਜਿੰਨਾ ਚਿਰ ਤੱਕ ਇਹ ਪਾਰਟੀ ਦੀ ਲੀਡਰਸ਼ਿਪ ਸਟੇਟ ਯੂਨਿਟਸ ਨੂੰ ਟਰਸਟ ਨਹੀਂ ਕਰਦੀ, ਉਹਨਾਂ ਨੂੰ ਸਟਰੈਂਥਨ ਨਹੀਂ ਕਰਦੀ, ਉਹਨਾਂ ਨੂੰ ਐਮਪਾਵਰ ਨਹੀਂ ਕਰਦੀ, ਉਨੇ ਚਿਰ ਤੱਕ ਇਹ ਜਿਹੜੀਆਂ ਪਾਰਟੀਜ਼ ਆ ਇਹ ਸਟੇਟਾਂ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੀਆਂ, ਕਿਉਂਕਿ ਇੱਕ ਸੈਂਟਰ ਸਟੇਟ ਰਿਲੇਸ਼ਨਸ ਦੇ ਵਿੱਚ ਹੌਲੀ ਹੌਲੀ ਦਰਾੜ ਵੱਧ ਰਹੀ ਆ। ਇਸ ਜਵਾਬ ਤੋਂ ਕੀ ਇਹ ਸੰਕੇਤ ਸਮਝੀਏ ਕਿ ਸੰਧੂ ਸਾਹਿਬ ਹੋਣੀ ਕਾਂਗਰਸ ਦੇ ਨਾਲ ਹੱਥ ਮਿਲਾ ਸਕਦੇ ਨੇ, ਪੰਜਾ ਫੜ ਸਕਦੇ ਨੇ, ਕਿਉਂਕਿ ਇੱਕ ਤੁਸੀਂ ਸੌਫਟ ਕਾਰਨਰ ਉਹਨਾਂ ਦੇ ਪ੍ਰਤੀ ਦਿਖਾਇਆ ਕਿ ਉਹ ਪਾਰਟੀ ਹੈਗੀ ਜਿਹੜੀ ਹੁਣ CM ਚੰਨੀ ਦੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਆਪਣੇ ਤੌਰ ਦੇ ਉੱਤੇ ਫੈਸਲੇ ਲੈਂਦੀ ਹੋਈ ਨਜ਼ਰ ਆ ਰਹੀ? ਨਹੀਂ, ਦੇਖੋ, ਇਸ ਤਰ੍ਹਾਂ ਵਾ, ਤੁਸੀਂ ਜਦੋਂ ਵੀ ਕਿਸੇ ਪਾਰਟੀ ਦੇ ਵਿੱਚ ਕੋਈ ਚੰਗੀ
ਸ਼ੁਰੂਆਤ ਹੁੰਦੀ ਆ ਜਾਂ ਕੋਈ ਚੰਗਾ ਕਦਮ ਚੁੱਕਿਆ ਜਾਂਦਾ ਵਾ ਤੇ ਉਹਦੀ ਜ਼ਰੂਰ ਤਾਰੀਫ ਕਰਨੀ ਚਾਹੀਦੀ ਹੈ। ਸਾਡੀ ਪਾਰਟੀ ਨੇ ਦਿੱਲੀ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਸੀ ਐਜੂਕੇਸ਼ਨ ਔਰ ਹੈਲਥ ਫੀਲਡਸ ਦੇ ਵਿੱਚ। ਬਿਜਲੀ ਸਸਤੀ ਇੱਕ ਸੈਕਸ਼ਨ ਵਾਸਤੇ ਕੀਤੀ, ਸਾਰਿਆਂ ਨੇ ਤਾਰੀਫ ਕੀਤੀ, ਅਸੀਂ ਵੀ ਤਾਰੀਫ ਕੀਤੀ। ਸੋ ਜੇ ਇਸ ਵੇਲੇ ਕਾਂਗਰਸ ਪਾਰਟੀ ਕੋਈ ਚੰਗਾ ਕੰਮ ਕਰ ਰਹੀ ਆ ਤੇ ਉਹਦੀ ਜ਼ਰੂਰ ਤਾਰੀਫ ਕਰਨੀ ਬਣਦੀ ਆ। ਬਹੁਤ ਸਾਲ ਅਕਾਲੀ ਦਲ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਸਟੇਟਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ, ਅਸੀਂ ਉਹਦੀ ਵੀ ਤਾਰੀਫ ਕਰਦੇ ਸੀਗੇ। ਸੋ ਇਹ ਤੇ ਮੈਂ ਸਿਰਫ ਇੱਕ ਮਸਲੇ ਦੀ ਤਾਰੀਫ ਉਹਨਾਂ ਦੇ ਜਾਂ ਜੋ ਉਹਨਾਂ ਦਾ ਹੁਣ ਐਟੀਟਿਊਡ ਹੈ ਉਹਦੀ ਤਾਰੀਫ ਕੀਤੀ ਆ। ਬਾਕੀ ਕੋਈ ਇਹੋ ਜਿਹਾ ਮੈਂ ਫੈਸਲਾ ਨਹੀਂ ਲਿਆ ਜਿਹੜਾ ਤੁਸੀਂ ਸੰਕੇਤ ਦੇ ਰਹੇ ਜੇ ਕਿ ਮੈਂ ਸ਼ਾਇਦ ਆਹ ਪਾਰਟੀ ਜਾਂ ਦੂਸਰੀ ਪਾਰਟੀ ਜੁਆਇਨ ਕਰਨ ਵਾਲਾ। ਚੋਣਾਂ ਦੇ ਵਿੱਚ ਉਤਰੋਗੇ ਮੈਦਾਨ ਦੇ ਵਿੱਚ 22 ਦੇ ਵਿੱਚ ਕੰਵਰ ਸੰਧੂ ਨੂੰ ਲੋਕ ਖਰੜ ਵਾਲੇ ਇੱਕ ਵਾਰ ਫੇਰ ਤੋਂ ਮੈਦਾਨ ਦੇ ਵਿੱਚ ਦੇਖ? ਗਗਨ, ਮੈਂ ਆਪਣਾ ਜਿਹੜਾ ਕੈਰੀਅਰ ਆ, ਭਾਵੇਂ ਕਿਸੇ ਤਰੀਕੇ ਦਾ ਜਦੋਂ ਮੈਂ ਜਰਨਲਿਜ਼ਮ ਦੇ ਵਿੱਚ ਵੀ ਸੀ, ਮੈਂ ਆਪਣੇ ਤਰੀਕੇ ਨਾਲ ਬਿਤਾਇਆ ਵਾ। ਪੱਤਰਕਾਰੀ ਵੀ ਤੁਸੀਂ ਆਪਣੇ ਤਰੀਕੇ ਨਾਲ ਕੀਤੀ? ਆਪਣੀ ਕਾਰਗੁਜ਼ਾਰੀ ਆਪਣੇ ਤਰੀਕੇ ਨਾਲ ਮੈਂ ਕੀਤੀ ਆ ਔਰ ਮੈਨੂੰ ਬੜਾ ਮਾਣ ਆ ਜਿਸ ਤਰ੍ਹਾਂ ਵੀ ਮੈਂ ਕਾਰਗੁਜ਼ਾਰੀ ਕੀਤੀ। ਮੈਂ ਕਈ ਵਾਰਾਂ ਪੱਤਰਕਾਰੀ ਦੇ ਵਿੱਚ ਵੀ ਬਹੁਤ ਸਟਰੋਂਗ ਸਟੈਂਡ ਲਏ ਬਤੌਰ ਐਡੀਟਰ। ਹਾਲੀ ਬਹੁਤੇ ਐਡੀਟਰ ਸਟੈਂਡ ਨਹੀਂ ਲੈਂਦੇ ਹੁੰਦੇ ਔਰ ਮੈਂ ਬਹੁਤਾ ਟਾਈਮ ਚੰਡੀਗੜ੍ਹ ਦੇ ਵਿੱਚ ਹੀ ਐਡੀਟਰ ਰਿਹਾ ਵਾਂ। ਮੇਰੇ ਵੀ ਇੱਕ ਐਡੀਟਰ ਇਨ ਚੀਫ ਹਮੇਸ਼ਾ ਰਹੇ ਆ। ਮੈਂ ਉਹਨਾਂ ਦੇ ਨਾਲ ਉਹਨਾਂ ਨੂੰ ਕਨਵਿੰਸ ਕਰਕੇ ਮੈਂ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਦੇਖਦੇ ਹਾਂ ਕੀ ਸਮੀਕਰਨ ਬਣਦੇ ਆ। ਹਾਲੀ ਵੇਖ ਰਿਹਾ ਮੈਂ ਕਿ ਕੀ ਸਮੀਕਰਨ ਬਣਦੇ ਆ, ਪਰ ਮੈਂ ਆਪਣੇ ਜਿਹੜੇ ਬੇਸਿਕ ਪ੍ਰਿੰਸੀਪਲਸ ਆ ਉਹਨਾਂ ਨਾਲ ਮੈਂ ਬਹੁਤਾ ਮੈਂ ਕੰਪਰੋਮਾਈਜ਼ ਮੇਰੇ ਵਾਸਤੇ ਸਪੈਸ਼ਲੀ ਇਸ ਉਮਰ ਦੇ ਵਿੱਚ ਆ ਕੇ ਬਹੁਤ ਮੁਸ਼ਕਿਲ ਆ। ਸੋ ਲੈਟ ਅਸ ਵੇਟ ਐਂਡ ਸੀ ਕਿ ਕੀ ਸਮੀਕਰਨ ਬਣਦੇ। ਹੋਏ ਐਮਐਲਏ ਹੈਗੇ ਹੋ ਔਰ ਇਹ ਪਾਰਟੀ ਦੀ ਹਰ ਕਿਸੇ ਦੀ ਨਿਗਾਹ ਹੁੰਦੀ ਹੈਗੀ ਹੈ ਕਿ ਉਸ ਉਮੀਦਵਾਰ ਨੂੰ ਜ਼ਰੂਰ ਆਪਣੀ ਪਾਰਟੀ ਦੇ ਵਿੱਚ ਲੈ ਕੇ ਆਇਆ ਜਾਵੇ ਜਾਂ ਉਸ ਦੇ ਉੱਤੇ ਅੱਖ ਜ਼ਰੂਰ ਰੱਖੀ ਜਾਵੇ ਜਿਹੜੀ ਪਾਰਟੀ ਨੂੰ ਫਾਇਦਾ ਪਹੁੰਚਾ ਸਕਦੀ ਹੈਗੀ ਹੈ। ਹੋਰ ਵੀ ਕੋਈ ਚਰਚਾਵਾਂ ਹੋਈਆਂ ਨੇ, ਪਾਰਟੀਆਂ ਨੇ ਆ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਤੁਹਾਨੂੰ? ਮੇਰੇ ਨਾਲ ਦੇਖੋ, ਮੇਰੇ ਬਹੁਤ ਕਿਉਂਕਿ ਮੈਂ ਐਜ਼ ਅ ਜਰਨਲਿਸਟ ਮੈਂ ਕਰੀਬ ਸਾਰੇ ਜਿਹੜੇ ਲੀਡਰਸ਼ਿਪ ਹੈ ਸਾਰੀਆਂ ਪਾਰਟੀਆਂ ਦੀ ਮੈਂ ਉਹਨਾਂ ਨੂੰ ਬਹੁਤ ਨਿੱਜੀ ਤੌਰ 'ਤੇ ਜਾਣਦਾ ਵਾਂ ਔਰ ਮੇਰੀ ਬਹੁਤ ਸਾਰੇ ਲੀਡਰਸ ਨਾਲ ਬੜੇ ਪਰਸਨਲ ਰਿਲੇਸ਼ਨਸ ਵੀ ਹੈ। ਪ੍ਰੋਫੈਸ਼ਨਲ ਰਿਲੇਸ਼ਨਸ ਹੈ, ਮੈਂ ਪਰਸਨਲ ਰਿਲੇਸ਼ਨਸ 'ਤੇ ਨਹੀਂ। ਹਾਲਾਂਕਿ ਮੈਂ ਉਹਨਾਂ ਦੀ ਆਲੋਚਨਾ ਵੀ ਕਰਦਾ ਰਿਹਾ ਸਮੇਂ ਤੋਂ, ਜੋ ਕੁਛ ਗਲਤ ਹੁੰਦਾ ਰਿਹਾ ਵਾ ਜਾਂ ਗਲਤ ਉਹ ਕਰਦੇ ਰਹੇ ਆ। ਮੇਰੇ ਨਾਲ ਓਬਵੀਅਸਲੀ ਮੈਂ ਅੱਜ ਵੀ ਕੁਝ ਲੋਕਾਂ ਨੂੰ ਮਿਲ ਕੇ ਆਇਆ ਵਾਂ, ਲੇਕਿਨ ਸਪੈਸੀਫਿਕਲੀ ਇਸ ਮਸਲੇ ਬਾਰੇ ਮੇਰਾ ਖਿਆਲ ਹੈ ਥੋੜ੍ਹਾ ਜਿਹਾ ਪ੍ਰੀ ਮੈਚੋਰ ਹੈ ਇਹ ਗੱਲ ਕਰਨੀ ਵੀ ਮੈਂ ਕਿਹੜੀ ਪਾਰਟੀ ਜੁਆਇਨ ਕਰ ਰਿਹਾ ਜਾਂ ਨਹੀਂ ਜੁਆਇਨ ਕਰ ਰਿਹਾ। ਖਰੜ ਤੋਂ ਹੀ ਬੀਰ ਦਵਿੰਦਰ ਉਹਨਾਂ ਦੀ ਵੀ ਚਰਚਾਵਾਂ ਆਈਆਂ ਨੇ ਕਿ ਖਰੜ ਤੋਂ ਕਾਂਗਰਸ ਤੋਂ ਵਜੋਂ ਜਿਹੜੀ ਹੈਗੀ ਆ ਉਹ ਟਿਕਟ ਲੈ ਸਕਦੇ ਨੇ ਔਰ ਜੇ ਤੁਸੀਂ ਖਰੜ ਤੋਂ ਖੜੇ ਹੋਗੇ ਤਾਂ ਤੁਹਾਡੇ ਸਾਹਮਣੇ ਬੀਰ ਦਵਿੰਦਰ ਹੋਣੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਹੋਣ। ਕੋਈ ਗੱਲ ਨਹੀਂ, ਬੀਰ ਦਵਿੰਦਰ ਵੀ ਆਪਣੇ ਬੜੇ ਪੁਰਾਣੇ ਦੋਸਤ ਹੈ ਜੀ, ਬੜੇ ਅੱਛੇ ਲੈਜਿਸਲੇਟਰ ਰਹੇ ਆ, ਬਹੁਤ ਅੱਛੀ ਕਾਰਗੁਜ਼ਾਰੀ ਸੀ ਉਹਨਾਂ ਦੀ। ਸੋ ਜੇ ਕੋਈ ਚੰਗਾ ਕੰਮ ਕਿਸੇ ਹਲਕੇ ਵਾਸਤੇ ਵੀ ਕਰੂਗਾ ਤੇ ਮੈਨੂੰ ਉਸ ਸ਼ਖਸ ਵਾਸਤੇ ਮੇਰੀਆਂ ਸ਼ੁਭ ਆਸ਼ਾਵਾਂ ਵਾਂ। ਕੀ ਕਨਸਟੀਟਿਊਐਂਸੀ ਇਹੀ ਰੱਖੋਗੇ ਜਾਂ ਕਿਸੇ ਹੋਰ ਪੰਜਾਬ ਦੇ ਵਿੱਚ ਜਾ ਕੇ ਵੀ ਸੇਵਾ ਕਰਨ ਦਾ ਮੌਕਾ ਜਿਹੜਾ ਹੈਗਾ ਉਹ ਤੁਹਾਡੇ ਵੱਲੋਂ? ਪ੍ਰੀ ਮੈਚੋਰ ਆ, ਮੇਰੇ ਖਿਆਲ ਹਫਤੇ 10 ਦਿਨ ਤੱਕ ਕਲੀਅਰ ਹੋ ਜਾਊਗਾ, ਪਤਾ ਲੱਗ ਜੂ ਤੁਹਾਨੂੰ। 10 ਦਿਨ ਦੇ ਵਿੱਚ ਇਹ ਤਸਵੀਰ ਸਾਫ਼ ਹੋ ਜਾਊਗੀ ਕੰਵਰ ਸੰਧੂ ਹੋਣੀ ਕਿਹੜੀ ਪਾਰਟੀ ਦੇ ਵਿੱਚ ਕਿੱਥੋਂ ਚੋਣ ਜਿਹੜੀ ਹੈਗੀ ਹੈ ਲੜਨ? ਬਿਲਕੁਲ ਸਾਫ਼ ਹੋ ਜੂ। ਚਰਨਜੀਤ ਸਿੰਘ ਚੰਨੀ ਹੋਣਾ ਦੇ 50 ਦਿਨ ਦੇ ਕਾਰਜਕਾਲ ਨੂੰ ਕਿਵੇਂ ਵੇਖਦੇ ਹੈਗੇ ਹੋ? ਹਾਲਾਂਕਿ ਸ਼ਾਰਟ ਨੋਟਿਸ ਦੇ ਉੱਤੇ ਜਿਸ ਤਰੀਕੇ ਨਾਲ ਸਭ ਕੁਝ ਚੀਜ਼ਾਂ ਹੋਈਆਂ, ਹਾਲਾਂਕਿ ਕੰਮ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬਹੁਤ ਵੱਡੇ ਕੀਤੇ ਜਾ ਰਹੇ ਨੇ, ਐਲਾਨ ਵੱਡੇ ਕੀਤੇ ਜਾ ਰਹੇ ਨੇ, ਕਿਵੇਂ ਵੇਖਦੇ ਹੋ 50 ਦਿਨਾਂ ਦਾ ਇਸ ਕਾਰਜਕਾਲ? ਦੇਖੋ, ਜੇ ਇੱਕ ਤਰੀਕੇ ਨਾਲ ਜੋ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕਾਰਗੁਜ਼ਾਰੀ ਚੱਲ ਰਹੀ ਸੀ ਉਹਦੇ ਹਿਸਾਬ ਦੇ ਨਾਲ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਇਟ ਇਜ਼ ਲਾਈਕ ਅ ਵਿਫ ਆਫ ਫਰੈਸ਼ ਏਅਰ। ਇਹਦੇ 'ਚ ਕੋਈ ਸ਼ੱਕ ਨਹੀਂ, ਇੱਕ ਨਵੀਂ ਕਾਰਗੁਜ਼ਾਰੀ ਵੇਖਣ ਨੂੰ ਮਿਲ ਰਹੀ ਆ। ਇੱਕ ਉਹ ਮੁੱਖ ਮੰਤਰੀ ਹੈ ਜਿਹੜੇ ਲੋਕਾਂ ਦੇ ਵਿੱਚ ਵਿਚਰਦਾ ਵਾ, ਲੋਕਾਂ ਦੀ ਗੱਲ ਸੁਣਦਾ ਵਾ। ਮੈਨੂੰ ਕੱਲ੍ਹ ਪਤਾ ਲੱਗਾ ਔਰ ਬੜੀ ਖੁਸ਼ੀ ਹੋਈ ਜਾਣ ਕੇ ਵੀ ਜਿਹੜੇ ਲੋਕੀ ਉਹਨਾਂ ਨੂੰ ਰਾਤ ਨੂੰ ਮਿਲਣ ਆਉਂਦੇ ਆ, ਦੇਰ ਰਾਤ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ, ਸ਼ਾਇਦ ਉਹਨਾਂ ਨੂੰ ਉਹ ਰੋਟੀ ਵੀ ਖਵਾਉਂਦੇ ਆ। ਦੇਖੋ, ਇਹ ਬੜੀ ਵੱਡੀ ਗੱਲ ਹੈ, ਅੱਜ ਤੱਕ ਇਹਨੇ ਸੋਚਿਆ ਹੀ ਨਹੀਂ। ਸੋ ਲੇਕਿਨ ਕਈ ਉਹਨਾਂ ਦੇ ਫੈਸਲੇ ਇਹੋ ਜਿਹੇ ਵੀ ਆ ਜਿਹੜੇ ਮੇਰੇ ਖਿਆਲ ਜਲਦਬਾਜ਼ੀ ਦੇ ਵਿੱਚ ਬਿਨਾਂ ਸੋਚੇ ਸਮਝੇ ਫੈਸਲੇ ਲਏ ਗਏ ਆ ਔਰ ਮੈਂ ਉਹਨਾਂ ਨੂੰ ਬਹੁਤਾ ਬਲੇਮ ਨਹੀਂ ਕਰਦਾ ਕਿਉਂਕਿ ਸਮਾਂ ਹੀ ਬੜਾ ਥੋੜ੍ਹਾ ਹੋ ਜਾ ਉਹਨਾਂ ਦਾ। ਵੈਸੇ ਤੇ ਜੋ ਕਾਂਗਰਸ ਨੇ ਕੀਤਾ ਵਾ ਮੇਰੇ ਹਿਸਾਬ ਦੇ ਨਾਲ ਇਹ ਸ਼ਾਇਦ ਜੇ ਚੇਂਜ ਕਰਨਾ ਹੀ ਸੀ ਤੇ ਘੱਟੋ ਘੱਟ ਸਾਲ ਪਹਿਲਾਂ ਕਰਨਾ ਚਾਹੀਦਾ ਸੀਗਾ। ਇਸ ਵੇਲੇ ਤੁਸੀਂ ਚਰਨਜੀਤ ਸਿੰਘ ਚੰਨੀ ਨੂੰ ਵੀ ਬੜੇ ਔਖੇ ਸਿਚੁਏਸ਼ਨ ਦੇ ਵਿੱਚ ਪਾਤਾ ਵਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਔਖੀ ਸਿਚੁਏਸ਼ਨ 'ਚ ਪਾਤਾ। ਹੁਣ ਮੈਨੂੰ ਪਤਾ ਲੱਗ ਰਿਹਾ ਵਾ ਵੀ ਕਈ ਉਹਨਾਂ ਨੇ ਫੈਸਲੇ ਲਏ ਆ ਜਿਨ੍ਹਾਂ 'ਤੇ ਅਮਲ ਹੀ ਨਹੀਂ ਹੋ ਰਿਹਾ। ਰੇਤਾ ਉਹਨਾਂ ਨੇ ਸਸਤਾ ਕਰਤਾ, ਉਹ ਜਿਹੜੇ ਰੇਤਾ ਕੱਢਣ ਵਾਲੇ ਆ ਉਹ ਆਉਂਦੇ ਜੀ ਸਾਨੂੰ ਇਹ ਵਾਰਾ ਹੀ ਨਹੀਂ ਖਾਂਦਾ। ਸੋ ਰੇਤਾ ਕਈ ਥਾਵਾਂ 'ਤੇ ਮਿਲ ਹੀ ਨਹੀਂ ਰਿਹਾ, 23 ਰੁਪਏ ਅਜੇ ਵੀ ਮਿਲ ਰਿਹਾ। ਸੋ ਇਸ ਕਰਕੇ ਇਹ ਬਿਨਾਂ ਸੋਚੇ ਇਹੋ ਜਿਹੇ ਫੈਸਲੇ ਲੈਣੇ, ਬਿਨਾਂ ਸੋਚੇ ਸਮਝੇ ਜਾਂ ਪ੍ਰੋਪਰ ਥਾਟ ਅਪਲਾਈ ਕੀਤਿਆਂ ਏਜੀ ਲਾ ਦੇਣਾ,
ਔਰ ਫਿਰ ਏਜੀ ਨੂੰ ਫਿਰ ਹਟਾਉਣਾ। ਦੇਖੋ ਇਹ ਚੀਜ਼ਾਂ ਜਿਹੜੀਆਂ ਵਾ ਕੁਛ ਸਰਕਾਰਾਂ ਨੂੰ ਸ਼ੋਭਾ ਨਹੀਂ ਦਿੰਦੀਆਂ। ਜਾਂ ਡੀਜੀ ਨੂੰ ਲਾ ਦੇਣਾ। ਹੁਣ ਇਸ ਵੇਲੇ ਤੁਸੀਂ ਡੀਜੀ ਦੀ ਹਾਲਤ ਵੇਖੋ ਕਿ ਰੋਜ਼ ਡੀਜੀ ਬਾਰੇ ਖਬਰਾਂ ਛਪ ਰਹੀਆਂ ਵਾ ਵੀ ਨਵਾਂ ਪੈਨਲ ਆਉਣਾ ਵਾ, ਨਵਾਂ ਡੀਜੀ ਲੱਗਣਾ ਵਾ, ਤੇ ਉਹ ਡੀਜੀ ਫੰਕਸ਼ਨ ਕਿਵੇਂ ਕਰ ਸਕਦਾ ਵਾ। ਸੋ ਕਦੇ ਵੀ ਕਿਸੇ ਅਫਸਰ ਨੂੰ, ਆਪਣੀ ਟੀਮ ਨੂੰ ਇਹੋ ਜਿਹੀ ਸਿਚੁਏਸ਼ਨ 'ਚ ਨਹੀਂ ਪਾਉਣਾ ਚਾਹੀਦਾ। ਸੋ ਇਸ ਵੇਲੇ ਜੋ ਉਹਨਾਂ ਦੀ ਕਾਰਗੁਜ਼ਾਰੀ ਆ, ਕੁਝ ਗੱਲਾਂ ਦੇ ਵਿੱਚ ਕਾਬਲੇ ਤਾਰੀਫ ਆ, ਔਰ ਕੁਝ ਗੱਲਾਂ ਦੇ ਵਿੱਚ ਥੋੜ੍ਹੀ ਬਹੁਤ ਇਮੈਚੁਰਿਟੀ ਵੀ ਦਿਖਾਉਂਦੀ ਹੈ। ਸਰ ਆਖਿਰ ਦੇ ਵਿੱਚ ਮੇਰਾ ਸਵਾਲ ਇੱਕ ਸਿਆਸਤਦਾਨ ਨੂੰ ਨਹੀਂ, ਇੱਕ ਪੱਤਰਕਾਰ ਨੂੰ ਹੋਏਗਾ। ਇੱਕ ਪੱਤਰਕਾਰ ਦੇ ਤੌਰ ਦੇ ਉੱਤੇ ਮੈਂ ਜਵਾਬ ਜਿਹੜਾ ਹੈਗਾ ਇਹਦਾ ਜ਼ਰੂਰ ਲੈਣਾ ਚਾਹੂੰਗਾ। ਕਿੱਥੇ ਦੇਖਦੇ ਹੋ 22 ਦੀਆਂ ਚੋਣਾਂ ਨੂੰ? ਸਿਆਸਤ ਕਿੱਥੇ ਦੇਖਦੇ ਹੈਗੇ ਹੋ? ਕੀ ਲੱਗਦਾ ਹੈ ਕਿ ਸਮੀਕਰਨ ਕਿਹੋ ਜਿਹੇ ਰਹਿਣ ਵਾਲੇ ਹੋਣਗੇ? ਕਿਹੜੀ ਪਾਰਟੀ ਦੇ ਵਿੱਚ ਮੁੱਖ ਤੌਰ ਦੇ ਉੱਤੇ ਮੁਕਾਬਲਾ ਤੁਹਾਨੂੰ ਨਜ਼ਰ ਆਉਂਦਾ ਹੈਗਾ ਹੈ? ਕਿਹੜੀ ਪਾਰਟੀ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਹਾਸ਼ੀਏ ਤੇ ਹੀ ਚਲੀ ਜਾਊ? ਗਗਨ, ਇਹ ਸ਼ਾਇਦ ਪਹਿਲੀ ਵਾਰੀ ਆ ਮੈਂ ਇਹੋ ਜਿਹੀ ਸਿਚੁਏਸ਼ਨ ਜਾਂ ਤੇ ਦੇਖੀ ਸੀਗੀ 1991 ਦੇ ਵਿੱਚ, ਜਿਹੜੀਆਂ ਚੋਣਾਂ ਕੈਂਸਲ ਹੋ ਗਈਆਂ ਸੀ, ਤੇ ਜਾਂ ਫਿਰ 92 'ਚ ਜਦੋਂ ਬੇਅੰਤ ਸਿੰਘ ਆਏ ਸੀਗੇ। ਇੰਨੀ ਅਨਸਰਟਨਟੀ ਅੱਜ ਤੱਕ ਉਸ ਤੋਂ ਪਹਿਲਾਂ ਜਾਂ ਬਾਅਦ 'ਚ ਮੈਂ ਨਹੀਂ ਦੇਖੀ। ਇਸ ਵੇਲੇ ਬਹੁਤ ਅਨਸਰਟਨ ਸਿਚੁਏਸ਼ਨ ਆ। ਕਈ ਵਾਰਾਂ ਤਾਂ ਇਹ ਵੀ ਲੱਗਦਾ ਵਾ ਵੀ ਪਤਾ ਨਹੀਂ ਚੋਣਾਂ ਹੋਣੀਆਂ ਵੀ ਆ ਕਿ ਨਹੀਂ, ਕਿਉਂਕਿ ਜਿਵੇਂ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਹੀ ਨਹੀਂ ਕਰਨ ਦਿੱਤਾ ਜਾ ਰਿਹਾ। ਮੈਂ ਬਿਲਕੁਲ ਸਮਝਦਾ ਵਾਂ ਵੀ ਸਾਡੇ ਕਿਸਾਨੀ ਮਸਲਾ ਬਹੁਤ ਗੰਭੀਰ ਮਸਲਾ ਵਾ, ਔਰ ਮੈਂ ਹੈਰਾਨ ਆ ਵੀ ਕੇਂਦਰ ਸਰਕਾਰ ਕਿਉਂ ਜ਼ਿੱਦ ਦੇ ਉੱਤੇ ਅਟ ਗਈ ਆ। ਉਹ ਕਿਉਂ ਨਹੀਂ ਫੈਸਲਾ ਕਰ ਦਿੰਦੀ, ਔਰ ਕਿਉਂ ਨਹੀਂ ਇਹ ਬਿੱਲ ਵਾਪਸ ਲੈ ਲੈਂਦੀ। ਕੱਲ੍ਹ ਨੂੰ ਨਵੇਂ ਬਿੱਲ ਲਿਆਂਦੇ ਜਾ ਸਕਦੇ ਆ। ਪਰ ਇਹ ਜੋ ਹਾਲਾਤ ਬਣ ਗਏ ਆ, ਮੈਂ ਕਿਸੇ ਨੂੰ ਇਹਦੇ ਲਈ ਬਲੇਮ ਨਹੀਂ ਕਰਦਾ। ਇਹਨਾਂ ਹਾਲਾਤਾਂ ਦੇ ਵਿੱਚ ਇਸ ਵੇਲੇ ਕਿਉਂਕਿ ਕੋਈ ਵੀ ਪਾਰਟੀ ਪ੍ਰਚਾਰ ਹੀ ਨਹੀਂ ਕਰ ਸਕਦੀ, ਇੱਕੋ ਹੀ ਗੱਲ ਕਹਿਣੀ ਬੜੀ ਸੌਖੀ ਲੱਗਦੀ ਹੈ ਵੀ ਇਸ ਵੇਲੇ ਜੇ ਬੀਜੇਪੀ ਇਕੱਲਿਆਂ ਚੋਣ ਲੜੂਗੀ ਤਾਂ ਉਹਨਾਂ ਦੀ ਕੋਈ ਬਹੁਤੀ ਹਾਲਤ ਚੰਗੀ ਨਹੀਂ ਲੱਗਦੀ, ਜਾਂ ਕਾਫੀ ਮਾੜੀ ਹਾਲਤ ਹੋਣ ਵਾਲੀ ਆ, ਕਿਉਂਕਿ ਉਹਨਾਂ ਨੂੰ ਤਾਂ ਬਿਲਕੁਲ ਇੱਕ ਵੜਨ ਨਹੀਂ ਦੇ ਰਿਹਾ। ਐਟਲੀਸਟ ਪੇਂਡੂ ਇਲਾਕਿਆਂ ਦੇ ਵਿੱਚ, ਸ਼ਹਿਰੀ ਇਲਾਕਿਆਂ 'ਚ ਕੁਝ ਸੀਟਾਂ ਉਹਨਾਂ ਨੂੰ ਸ਼ਾਇਦ ਆ ਸਕਦੀਆਂ। ਸੋ ਇਸ ਵੇਲੇ ਇਹ ਕਹਿਣਾ ਵੀ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲਊਗੀ ਜਾਂ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਹੋਊਗੀ, ਪਰਫਾਰਮੈਂਸ ਕਿਹੋ ਜਿਹਾ ਹੋਊਗਾ, ਬਹੁਤ ਮੁਸ਼ਕਿਲ ਆ, ਬਹੁਤ ਮੁਸ਼ਕਿਲ ਆ। ਸੋ ਕਾਫੀ ਜਿਹੜੀ ਤਸਵੀਰ ਆ ਇਹ ਅਗਲੇ 10-15 ਦਿਨਾਂ 'ਚ ਕਲੀਅਰ ਹੋਊ, ਜੇ ਕਿਸਾਨੀ ਅੰਦੋਲਨ ਦਾ ਕੋਈ ਫੈਸਲਾ ਹੋ ਜਾਵੇ, ਜਾਂ ਕਲੀਅਰ ਉਦੋਂ ਹੋਊਗੀ ਜਦੋਂ ਕੋਡ ਆਫ ਕੰਡਕਟ ਲੱਗ ਜਾਵੇ। ਕਿਉਂਕਿ ਕਿਸਾਨੀ ਜਥੇਬੰਦੀਆਂ ਨੇ ਕਿਹਾ ਕਿ ਜੋ ਕੋਡ ਆਫ ਕੰਡਕਟ ਲੱਗ ਜੂਗਾ ਅਸੀਂ ਤਦ ਚੋਣ ਪ੍ਰਚਾਰ ਕਰਨ ਦਿਆਂਗੇ। ਪਰਮਿੰਦਰ ਸਿੰਘ ਦੇ ਫਿਊਚਰ ਨੂੰ ਕਿਵੇਂ ਵੇਖਦੇ ਹੈਗੇ ਹੋ? ਐਲਾਨ ਨੂੰ ਕਿਵੇਂ ਵੇਖਦੇ ਹੋ? ਨਵੀਂ ਪਾਰਟੀ ਬਣਾ ਲਿੱਤੀ ਹੈਗੀ ਹੈ ਲੋਕ ਕਾਂਗਰਸ ਪਾਰਟੀ, ਲੱਗਦਾ ਐਕਸਟੈਂਡ ਕਰ ਪਾਊਗੀ ਕਿਤੇ? ਉਹ ਵੀ ਇਸ ਵੇਲੇ ਤਾਂ ਨਹੀਂ ਲੱਗਦਾ ਕਿ ਉਹ ਸਟੈਂਡ ਕਰ ਪਾਊਗੀ, ਪਰ ਉਹ ਡਿਪੈਂਡ ਕਰੂਗਾ ਕਿ ਉਹ ਟਾਈ ਅਪ ਕਿਹਦੇ ਨਾਲ ਕਰਦੇ ਆ। ਜੇ ਕੱਲ੍ਹ ਨੂੰ ਕਿਸਾਨੀ ਅੰਦੋਲਨ ਦਾ ਫੈਸਲਾ ਹੋ ਜਾਂਦਾ, ਜੇ ਬੀਜੇਪੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੀ ਹੈ, ਜੇ ਬੀਜੇਪੀ ਨਾਲ ਉਹਨਾਂ ਦੀ ਟਾਈ ਅਪ ਹੋ ਜਾਂਦੀ ਹੈ, ਫਿਰ ਸਿਚੁਏਸ਼ਨ ਬਦਲ ਸਕਦੀ ਹੈ। ਸੋ ਇਹ ਕਾਫੀ ਕੁਝ ਹਾਲੀ ਅਨਕਲੀਅਰ ਆ। ਔਰ ਇਸ ਵੇਲੇ ਜਿੰਨੇ ਸਿਆਸੀ ਲੀਡਰਾਂ ਨਾਲ ਇਨਫੋਰਮਲੀ ਗੱਲ ਵੀ ਕਰੀਏ, ਉਹ ਵੀ ਉਹਨਾਂ ਨੂੰ ਹੀ ਲੱਗਦਾ ਵਾ ਵੀ ਹਾਲੀ ਸਿਚੁਏਸ਼ਨ ਕਾਫੀ ਅਨਕਲੀਅਰ ਆ। ਇਹ ਜ਼ਰੂਰ ਆ ਵੀ ਅਕਾਲੀ ਦਲ ਇਸ ਵੇਲੇ ਜਿਸ ਤਰ੍ਹਾਂ ਉਹਨਾਂ ਨੇ ਸੀਟਾਂ ਅਨਾਊਂਸ ਕਰਤੀਆਂ ਵਾ, ਉਹਨਾਂ ਨੂੰ ਡੈਫੀਨੇਟਲੀ ਇੱਕ ਐਡਵਾਂਟੇਜੀਅਸ ਪੋਜੀਸ਼ਨ ਦੇ ਵਿੱਚ ਇਸ ਵੇਲੇ ਉਹ ਜ਼ਰੂਰ ਦਿਸਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਉਹਨਾਂ ਦੇ ਖਿਲਾਫ ਨਾਰਾਜ਼ਗੀ ਲੋਕਾਂ ਦੀ ਇੰਨੀ ਆ ਕਿ ਪਤਾ ਨਹੀਂ ਉਹ ਨਾਰਾਜ਼ਗੀ ਉਹਨਾਂ ਨੂੰ ਕਿੱਥੇ ਲੈ ਕੇ ਜਾਊਗੀ। ਚੋਣਾਂ ਨੂੰ ਛੱਡੋ ਤੁਸੀਂ, 2022 ਚੋਣਾਂ ਕੋਈ ਨਾ ਕੋਈ ਨਤੀਜਾ ਆਊਗਾ ਹੀ, ਭਾਵੇਂ ਹੰਗ ਪਾਰਲੀਮੈਂਟ ਆਵੇ, ਭਾਵੇਂ ਕੋਈ ਪਾਰਟੀ ਮੈਜੋਰਿਟੀ ਲੈ ਆਵੇ। ਲੇਕਿਨ ਇੱਕ ਗੱਲ ਜ਼ਰੂਰ ਲੱਗਦੀ ਆ ਕਿ ਅਗਲੇ ਕੁਝ ਸਾਲ ਪੰਜਾਬ ਵਾਸਤੇ ਬਹੁਤ ਔਖੇ ਹੋਣਗੇ। ਇਸ ਵੇਲੇ 3 ਲੱਖ ਕਰੋੜ ਦਾ ਕਰਜ਼ਾ ਵਾ, ਔਰ ਜੇ ਇਸੇ ਤਰ੍ਹਾਂ ਹੀ ਜੋ ਚਰਨਜੀਤ ਸਿੰਘ ਚੰਨੀ ਅਨਾਊਂਸ ਕਰੀ ਜਾ ਰਹੇ ਆ, ਜੇ ਇਸੇ ਤਰ੍ਹਾਂ ਹੀ ਕਰਦੇ ਰਹੇ ਤਾਂ ਸ਼ਾਇਦ 3.5 ਪੌਣੇ 4 ਲੱਖ ਵੀ ਹੋ ਸਕਦਾ ਚੋਣਾਂ ਤੱਕ। ਇਹ ਕਰਜ਼ਾ ਉਤਰਨਾ ਕਿਵੇਂ ਆ? ਇਹ ਕੋਈ ਕਿਸੇ ਕੋਲ ਹੈ ਵਾ ਕੋਈ ਫਾਈਨੈਂਸ਼ੀਅਲ ਰੋਡ ਮੈਪ? ਠੀਕ ਆ, ਤੁਸੀਂ ਜੇ ਜਿਵੇਂ ਨਵਜੋਤ ਸਿੰਘ ਸਿੱਧੂ ਜਾਂ ਕੁਝ ਹੋਰ ਲੀਡਰ ਕਹਿ ਰਹੇ ਨੇ ਵੀ ਅਸੀਂ ਇੱਥੋਂ ਪੈਸਾ ਇਕੱਠਾ ਕਰ ਲਾਂਗੇ, ਅਸੀਂ ਟਰਾਂਸਪੋਰਟ ਤੋਂ ਲੈ ਆਵਾਂਗੇ, ਅਸੀਂ ਰੇਤ ਮਾਫੀਆ ਤੋਂ ਨੂੰ ਖਤਮ ਕਰਕੇ, ਅਸੀਂ ਕੇਬਲ ਮਾਫੀਆ ਖਤਮ ਕਰਕੇ, ਅਸੀਂ ਲਿਕਰ ਮਾਫੀਆ ਖਤਮ ਕਰਕੇ ਇੰਨਾ ਪੈਸਾ ਇਕੱਠਾ ਕਰ ਲਾਂਗੇ। ਕਿੰਨਾ ਪੈਸਾ ਲਿਆਓਗੇ ਤੁਸੀਂ? 10,000, 15,000, 20,000 ਕਰੋੜ? ਪਰ ਆਪਣੇ ਕੋਲ 4 ਲੱਖ ਕਰੋੜ ਦਾ ਕਰਜ਼ਾ। ਨਵਜੋਤ ਸਿੰਘ ਸਿੱਧੂ ਦਾ ਤਰੀਕਾ ਕਿਵੇਂ ਲੱਗਦਾ ਤੁਹਾਨੂੰ? ਠੀਕ ਹੈਗਾ ਜਿਸ ਤਰੀਕੇ ਦੇ ਨਾਲ ਆਵਾਜ਼ ਚੁੱਕ ਰਹੇ ਨੇ, ਜਾਂ ਫਿਰ ਮੁੱਦੇ ਠੀਕ ਨੇ ਪਰ ਚੁੱਕਣ ਦਾ ਤਰੀਕਾ ਗਲਤ ਹੈਗਾ? ਮੁੱਦੇ ਠੀਕ ਆ, ਬਹੁਤ ਅੱਛੇ ਮੁੱਦੇ ਆ, ਔਰ ਉਹ ਮੁੱਦੇ ਜਿਹੜੇ ਉਹਨਾਂ ਨੇ ਚੁੱਕੇ ਆ ਉਹਦਾ ਅਸਰ ਵੀ ਹੋਇਆ, ਔਰ ਪਾਰਟੀ ਨੂੰ ਮਜਬੂਰਨ ਬੈਕਫੁੱਟ 'ਤੇ ਜਾ ਕੇ ਉਹਨਾਂ ਦੀ ਪਾਲਿਸੀਜ਼ ਅਡਾਪਟ ਕਰਨੀਆਂ ਪਈਆਂ। ਪਰ ਮੇਰਾ ਖਿਆਲ ਆ ਕਿ ਇੱਕ ਪਾਰਟੀ ਦੇ ਪ੍ਰਧਾਨ ਨੂੰ ਮੁੱਖ ਮੰਤਰੀ ਦੇ ਨਾਲ ਰਲ ਕੇ ਚੱਲਣਾ ਚਾਹੀਦਾ ਵਾ, ਨਾ ਕਿ ਉਹਨਾਂ ਨੂੰ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਪੁੱਲ ਕਰਨਾ ਚਾਹੀਦਾ। ਹੁਣ ਲੱਗ ਰਿਹਾ ਵਾ ਵੀ ਸ਼ਾਇਦ ਉਹ ਇਕੱਠੇ ਚੱਲ ਰਹੇ ਆ, ਲੇਕਿਨ ਪਿਛਲੇ ਕਰੀਬ 3-4 ਹਫ਼ਤਿਆਂ ਤੋਂ ਉਹ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਖਿੱਚ ਰਹੇ ਸਨ। ਦੇ ਵਰ ਪੁਲਿੰਗ ਇਨ ਡਿਫਰੈਂਟ ਡਾਇਰੈਕਸ਼ਨਸ, ਜੋ ਮੇਰਾ ਖਿਆਲ ਆ ਉਹਨਾਂ ਦੇ ਨਿੱਜੀ ਤੌਰ 'ਤੇ ਉਹਨਾਂ ਦੀ ਜਿਹੜੀ ਉਹਨਾਂ ਦੇ ਜਿਹੜਾ ਸਿਆਸੀ ਕੱਦ ਆ ਉਹ ਜ਼ਰੂਰ ਉੱਚਾ ਹੋਇਆ ਹੋਊਗਾ, ਲੇਕਿਨ ਪਾਰਟੀ ਦਾ ਇਹਦੇ ਨਾਲ ਸ਼ਾਇਦ ਨੁਕਸਾਨ ਹੋਇਆ। 17 ਵਾਲੀ ਆਸ ਕੀ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਕਿਸੇ ਹੋਰ ਪਾਰਟੀ ਤੋਂ ਨਜ਼ਰ ਆ ਸਕਦੀ ਹੈ? ਕੋਈ ਹੋਰ ਫਰੰਟ ਬਣ ਜਾਵੇ, ਕੋਈ ਹੋਰ ਇਹੋ ਜਿਹੀ ਚੀਜ਼ ਹੋ ਜਾਵੇ, ਲੱਗਦਾ ਕਿ ਉਹ ਕੁਝ ਹੋ ਸਕਦਾ ਹੈ ਪੰਜਾਬ ਦੇ? ਬਿਲਕੁਲ ਹੋ ਸਕਦਾ ਜੀ। ਕਈ ਵਾਰ ਲਾਸਟ ਮਿੰਟ ਦੇ ਵਿੱਚ ਬਹੁਤ ਚੇਂਜਸ ਆ ਜਾਂਦੀਆਂ ਵਾ,
ਔਰ ਅੱਜ ਦੀ ਤਾਰੀਖ ਦੇ ਵਿੱਚ ਮੇਰੇ ਖਿਆਲ ਜਿੱਦਾਂ ਵੋਟਾਂ ਪੈਣੀਆਂ ਉਹ ਤੋਂ ਕਰੀਬ 3 ਮਹੀਨੇ ਤੇ ਹਾਲੇ ਹੈ ਹੀ ਹੈ। 3 ਮਹੀਨਿਆਂ ਦੇ ਵਿੱਚ ਬਹੁਤ ਕੁਝ ਹੋ ਜਾਂਦਾ। 2014 ਦੇ ਵਿੱਚ ਕਦੀ ਕੋਈ ਅੰਦਾਜ਼ਾ ਲਾ ਸਕਦਾ ਸੀ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਹੈ 24-25% ਵੋਟ ਲੈ ਕੇ 4 ਸੀਟਾਂ ਜਿੱਤ ਜੂਗੀ। ਸੋ ਇਹ ਪਿਛਲੇ ਅਖੀਰਲੇ 3 ਮਹੀਨਿਆਂ ਦੇ ਵਿੱਚ ਨਵਾਂ ਕੋਈ ਸਮੀਕਰਨ ਵੀ ਬਣ ਸਕਦਾ ਔਰ ਮੇਰੇ ਵਰਗੇ ਬੰਦੇ ਸ਼ਾਇਦ ਉਹਦਾ ਵੀ ਵੇਟ ਕਰ ਰਹੇ ਆ ਔਰ ਇਹ ਵੀ ਹੋ ਸਕਦਾ ਵਾ ਵੀ ਸਡਨਲੀ ਇੱਕ ਪਾਰਟੀ ਜਿਹੜੀ ਆ ਬਹੁਤ ਤਾਕਤ ਫੜ ਜਾਵੇ। ਸੋ ਇਸ ਕਰਕੇ ਤੀਜੇ ਫਰੰਟ ਦਾ, ਚੌਥੇ ਫਰੰਟ ਦਾ ਕੰਵਰ ਸੰਧੂ ਹੋਣੀ ਵੀ ਵੇਟ ਕਰ ਰਹੇ? ਬਿਲਕੁਲ ਵੇਟ ਕਰ ਰਹੇ ਜੀ, ਬਿਲਕੁਲ ਵੇਟ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬੜੀ ਦੇਰ ਤੋਂ 2012 ਤੋਂ ਲੈ ਕੇ ਹੁਣ ਤੱਕ ਆਸ ਆ ਵੀ ਇੱਕ ਤੀਜਾ ਫਰੰਟ ਜਾਂ ਚੌਥਾ ਫਰੰਟ ਬਣਨਾ ਚਾਹੀਦਾ ਵਾ। ਸੋ ਹੁਣ ਦੇਖਦੇ ਹਾਂ ਵੀ ਇਸ ਵੇਲੇ ਤਾਂ ਨਹੀਂ ਕੋਈ ਕਿਸੇ ਨੂੰ ਲੱਗਦਾ ਵੀ ਕੌਣ ਕਰੇਗਾ। ਫਿਰ ਚੌਥੇ ਫਰੰਟ ਦੀ ਵੀ ਆਪਾਂ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਆ ਜਾਂਦੇ ਨੇ ਉਹ ਚੌਥੇ ਫਰੰਟ ਦੇ ਵਿੱਚ, ਜਾਂ ਫਿਰ ਢੀਂਡਸਾ ਪਰਿਵਾਰ ਆ ਜਾਂਦਾ ਹੈਗਾ। ਹੋਰ ਇਸ ਚੌਥੇ ਫਰੰਟ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੌਣ ਯੋਗਦਾਨ? ਇਹਨਾਂ ਦੇ ਵਿੱਚੋਂ ਤੇ ਨਹੀਂ ਕੋਈ ਲੱਗਦਾ ਵੀ ਜਿਹਨੂੰ ਲੋਕੀ ਸਡਨਲੀ, ਕਿਉਂਕਿ ਇਹ ਸਾਰੇ ਟਰਾਈਡ ਐਂਡ ਟੈਸਟਡ ਫੇਸਿਸ ਨੇ, ਇਹ ਤੇ ਫਿਰ ਨਵਾਂ ਹੀ ਫੇਸ ਕੋਈ ਨਿਕਲੂਗਾ ਜਿਹਨੂੰ ਸ਼ਾਇਦ ਲੋਕੀ। ਭਗਵੰਤ ਮਾਨ ਕਿਤੇ ਲੱਗ ਤੋਂ ਪਾਰਟੀ ਤਾਂ ਨਹੀਂ ਬਣਾ ਰਹੇ ਉਧਰਲੇ ਪਾਸੇ? ਮੈਨੂੰ ਇਹੋ ਜਿਹਾ ਕੋਈ ਹੈ ਨਹੀਂ ਕਿਸਾਨਾਂ ਦੇ ਨਾਲ ਜਾ ਕੇ। ਮੈਨੂੰ ਕੋਈ ਅੰਦਾਜ਼ਾ ਹੈ ਨਹੀਂ, ਲੇਕਿਨ ਕਈ ਵਾਰ ਸਡਨਲੀ ਸਮੀਕਰਨ ਬਣ ਜਾਂਦੇ ਹੁੰਦੇ ਆ ਔਰ ਉਹਨਾਂ ਦੀ ਵਾਈਡਰ ਐਕਸੈਪਟੇਬਿਲਿਟੀ ਲੋਕਾਂ 'ਚ, ਲੋਕੀ ਜਿਹੜੇ ਆ ਉਹਨੂੰ ਅਪਣਾ ਲੈਂਦੇ ਆ। ਕਿਸਾਨ ਵੀ ਸਰ ਅੱਗੇ ਲੱਗ ਸਕਦੇ ਨੇ ਬਾਈ ਦੇ ਵਿੱਚ? ਬਿਲਕੁਲ ਲੱਗ ਸਕਦੇ ਆ ਔਰ ਮੇਰੇ ਹਿਸਾਬ ਦੇ ਨਾਲ ਜੋ ਜਿਵੇਂ ਕਿਸਾਨਾਂ ਨੇ ਸੰਘਰਸ਼ ਕੀਤਾ ਵਾ, ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਆਪਣੀ ਪਾਰਟੀ ਬਣਾ ਕੇ ਜ਼ਰੂਰ ਚੋਣਾਂ ਪੰਜਾਬ ਦੇ ਵਿੱਚ ਲੜਨੀਆਂ ਚਾਹੀਦੀਆਂ। ਤੁਹਾਨੂੰ ਕੀ ਕਰਨਾ ਚਾਹੀਦਾ? ਨਹੀਂ, ਇਹ ਭਗਵੰਤ ਮਾਨ ਨੂੰ ਹੀ ਪਤਾ ਹੋਊਗਾ ਕੀ ਕਰਨਾ ਚਾਹੀਦਾ ਵਾ ਔਰ ਮੇਰਾ ਨਹੀਂ ਖਿਆਲ ਵੀ ਉਹ ਮੇਰੇ ਸਲਾਹ ਦੀ ਇੰਤਜ਼ਾਰ ਕਰ ਰਹੇ ਆ। ਨਾ ਉਹਨਾਂ ਨੇ ਮੇਰਾ ਅੱਗੇ ਸਲਾਹ ਲਈ ਤੇ ਨਾ ਹੁਣ ਲੈਣਗੇ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਗੱਲਬਾਤ ਦੇ ਲਈ। ਤਾਂ ਕੰਵਰ ਸੰਧੂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਬਾਈ ਦੀਆਂ ਚੋਣਾਂ ਦੇ ਖਾਤਰ। ਹਾਲਾਂਕਿ ਬਤੌਰ ਸਿਆਸਤਦਾਨ ਵੀ ਗੱਲਬਾਤ ਹੋਈ ਹੈ ਤੇ ਬਤੌਰ ਪੱਤਰਕਾਰ ਵੀ ਗੱਲਬਾਤ ਹੋਈ ਹੈ ਕਿ ਕਿਵੇਂ ਵੇਖਦੇ ਨੇ ਬਾਈ ਦੇ ਸਮੀਕਰਨ ਨੂੰ। ਤਾਂ ਇਹ ਕਹਿ ਰਹੇ ਨੇ ਕਿ ਕੁਝ ਵੀ ਹੋ ਸਕਦਾ ਹੈਗਾ ਔਰ ਖਾਸ ਤੌਰ ਦੇ ਉੱਤੇ ਇੰਤਜ਼ਾਰ ਕਹਿੰਦੇ ਮੇਰੇ ਵੱਲੋਂ ਵੀ ਇਹੀ ਕੀਤਾ ਜਾ ਰਿਹਾ ਕਿ ਕੋਈ ਐਸੀ ਆਸ ਬੱਝੇ, ਕੋਈ ਚੌਥਾ ਫਰੰਟ ਆਵੇ ਜਿਸ ਦੇ ਵਿੱਚ ਉਹ ਵੀ ਆਪਣਾ ਫੈਸਲਾ ਲੈ ਸਕਣ। ਹਾਲਾਂਕਿ ਸਮਾਂ ਦਿੱਤਾ ਹੈ, ਕਹਿੰਦੇ ਹਫ਼ਤੇ ਜਾਂ 10 ਦਿਨਾਂ ਦੇ ਵਿੱਚ ਉਹ ਵੀ ਆਪਣੀ ਤਸਵੀਰ ਸਾਫ਼ ਕਰਦੇ ਹੋਏ ਨਜ਼ਰ ਆਉਣਗੇ ਕਿ ਕਿਹੜੀ ਪਾਰਟੀ ਦੇ ਵਿੱਚ ਜਾਣਗੇ, ਕਿਹੜੇ ਫਰੰਟ ਦੇ ਵਿੱਚ ਜਾਣਗੇ ਔਰ ਕਿੱਥੋਂ ਚੋਣ ਲੜਨਗੇ। ਤਾਂ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਵਾਰ ਬਾਈ ਦੀਆਂ ਚੋਣਾਂ ਦੇ ਵਿੱਚ ਕਿਹੋ ਜਿਹੇ ਸਮੀਕਰਨ ਵੇਖਣ ਨੂੰ ਮਿਲਦੇ ਨੇ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।